हाँ जी दोस्तों, गुरु स्टडी पॉइंट ਤੇ ਤੁਹਾਡਾ ਸਵਾਗਤ ਹੈ। ਲੈ ਕੇ ਆਏ ਜੀ ਜੀਕੇ ਦੇ ਨਾਲ ਸੰਬੰਧਿਤ ਵਨ ਲਾਈਨਰ ਪ੍ਰਸ਼ਨ ਵੈਰੀ ਇੰਪੋਰਟੈਂਟ ਨੇ। ਜੁੜੇ ਰਹੋ, ਅੱਜ ਦਾ ਦਿਨ ਵੀਡੀਓ ਦੇ ਨਾਲ ਲੈਕਚਰ ਦੇ ਨਾਲ ਜੁੜੇ ਰਹੋ। 130 ਪ੍ਰਸ਼ਨ ਕਰਵਾਵਾਂਗੇ, ਭੰਡਾਰਾ ਹੀ ਸਮਝੋ ਤੁਹਾਡੇ ਲਈ ਜੀਕੇ ਦਾ। ਮਤਲਬ ਤੁਹਾਡੇ ਨਾ ਦਿਮਾਗ ਖੁੱਲ੍ਹ ਜੂਗਾ ਜੀਕੇ ਸਾਰੀ ਇਹ ਪੜ੍ਹ ਕੇ। ਅੱਜ ਦੇ ਇਹ ਇਸ ਤਰ੍ਹਾਂ ਦੇ ਇੰਪੋਰਟੈਂਟ ਪ੍ਰਸ਼ਨ ਨੇ, ਬਾਰ-ਬਾਰ ਪੁੱਛੇ ਹੋਏ ਨੇ ਪੇਪਰਾਂ 'ਚ ਬਾਰ-ਬਾਰ। ਸੋ ਜੀਕੇ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਲੈਕਚਰ ਛੱਡਣਾ ਨਹੀਂ, ਸਾਰਾ ਅਖੀਰ ਤੱਕ ਦੇਖਿਓ। 1 ਤੋਂ 2 ਵਾਰ ਸੁਣਨ ਦੀ ਕੋਸ਼ਿਸ਼ ਕਰਿਓ। 130 ਪ੍ਰਸ਼ਨ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਸ਼ੁਰੂ ਕਰਦੇ ਹਾਂ। ਆਪਾਂ ਜ਼ਿਆਦਾ ਸਮਾਂ ਨਹੀਂ ਖਰਾਬ ਕਰਨਾ, ਘੱਟ ਸਮੇਂ ਦੇ ਵਿੱਚ ਵੱਧ ਪ੍ਰਸ਼ਨ ਕਰਵਾਵਾਂਗੇ। ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ। ਬਸ ਪਹਿਲਾ ਪ੍ਰਸ਼ਨ ਸ਼ੁਰੂ ਕਰਦੇ ਹਾਂ ਜੀ। ਬਾਬਰ ਨੇ ਪਾਣੀਪਤ ਦੀ ਲੜਾਈ ਵਿੱਚ ਕਿਸ ਨੂੰ ਹਰਾਇਆ? ਬਾਬਰ ਨੇ ਪਾਣੀਪਤ ਦੀ ਲੜਾਈ ਵਿੱਚ ਇਬਰਾਹਿਮ ਲੋਧੀ ਨੂੰ ਹਰਾਇਆ ਜੀ। 1526 ਦੇ ਵਿੱਚ ਇਹ ਲੜਾਈ ਹੋਈ ਸੀਗੀ, ਪਾਣੀਪਤ ਦੀ ਪਹਿਲੀ ਲੜਾਈ ਬਾਬਰ ਤੇ ਇਬਰਾਹਿਮ ਲੋਧੀ ਦੇ ਵਿਚਕਾਰ। ਸੋ ਪਾਣੀਪਤ ਦੀ ਲੜਾਈ ਤੋਂ ਪਹਿਲਾਂ ਬਾਬਰ ਕਿਸ ਰਾਜ ਨਾਲ ਯੁੱਧ ਕਰ ਚੁੱਕਿਆ ਸੀ? ਸੋ ਦੌਲਤ ਖਾਨ ਵਾਲੇ ਦਾ ਯੁੱਧ ਹੋ ਚੁੱਕਿਆ ਸੀ ਜੀ। ਕਿਸ ਰਾਜੇ ਨਾਲ? ਪਾਣੀਪਤ ਦੀ ਲੜਾਈ ਤੋਂ ਪਹਿਲਾਂ ਬਾਬਰ ਦਾ ਕਿਸ ਰਾਜੇ ਨਾਲ ਯੁੱਧ ਹੋ ਚੁੱਕਿਆ ਸੀ? ਦੌਲਤ ਖਾਨ ਦੇ ਨਾਲ। ਦੌਲਤ ਖਾਨ ਦੇ ਨਾਲ ਇਹਦਾ ਯੁੱਧ ਹੋ ਚੁੱਕਿਆ ਸੀਗਾ। ਫਿਰ ਉਸ ਤੋਂ ਬਾਅਦ ਹੀ ਇਹਨੇ ਪਾਣੀਪਤ ਦੀ ਲੜਾਈ ਲੜੀ ਸੀ 1526 ਦੇ ਵਿੱਚ, ਇਬਰਾਹਿਮ ਲੋਧੀ ਨੂੰ ਹਰਾਇਆ ਸੀ। ਇਹ ਪਹਿਲੇ ਪ੍ਰਸ਼ਨ 'ਚ ਇੱਕ ਇਬਰਾਹਿਮ ਲੋਧੀ ਨਾਲ ਗੱਲ ਜੁੜਦੀ ਆ ਵੀ ਇਬਰਾਹਿਮ ਲੋਧੀ ਦਿੱਲੀ ਸਲਤਨਤ ਦਾ ਇੱਕੋ ਇੱਕ ਅਜਿਹਾ ਰਾਜਾ ਸੀ, ਇਹੋ ਜਿਹਾ ਸ਼ਾਸਕ ਸੀ ਜਿਹੜਾ ਲੜਾਈ ਵਿੱਚ ਯੁੱਧ ਕਰਦਾ ਹੋਇਆ ਮਾਰਿਆ ਗਿਆ ਸੀ। ਬਾਕੀ ਸਾਰੇ ਯੁੱਧ 'ਚ ਨਹੀਂ ਮਾਰੇ ਗਏ। ਸੋ 3 ਨੰਬਰ ਪ੍ਰਸ਼ਨ ਦੇਖਦੇ ਹਾਂ। ਡੱਚ ਈਸਟ ਇੰਡੀਆ ਕੰਪਨੀ ਕਦੋਂ ਭਾਰਤ ਆਈ? ਸੋ 1602 ਦੇ ਵਿੱਚ ਆਈ ਸੀ ਜੀ। ਡੱਚ ਈਸਟ ਇੰਡੀਆ ਕੰਪਨੀ ਭਾਰਤ ਦੇ ਵਿੱਚ 1602 ਦੇ ਵਿੱਚ ਆਈ ਸੀ। ਅਗਲਾ ਪ੍ਰਸ਼ਨ ਦੇਖਦੇ ਹਾਂ 4 ਨੰਬਰ। ਡੱਚ ਈਸਟ ਇੰਡੀਆ ਕੰਪਨੀ ਨੇ ਸਭ ਤੋਂ ਪਹਿਲਾਂ ਕਿਸ ਸ਼ਹਿਰ ਵਿੱਚ ਆਪਣੀ ਫੈਕਟਰੀ ਖੋਲ੍ਹੀ? ਸੋ ਡੱਚ ਸੀ ਜਿਹੜੇ, ਡੱਚਾਂ ਨੇ ਪਹਿਲੀ ਫੈਕਟਰੀ ਕਿੱਥੇ ਖੋਲ੍ਹੀ ਸੀ? ਮਸੌਲੀਪਟਨਮ 1602 ਦੇ ਵਿੱਚ। ਡੱਚ ਈਸਟ ਇੰਡੀਆ ਕੰਪਨੀ ਦੀ ਗੱਲ ਹੋ ਰਹੀ ਹੈ। ਮਸੌਲੀਪਟਨਮ ਦੇ ਵਿੱਚ 1602 ਵਿੱਚ ਪਹਿਲੀ ਫੈਕਟਰੀ ਖੋਲ੍ਹੀ ਇਹਨਾਂ ਨੇ। ਅੱਗੇ 5 ਨੰਬਰ ਜੀ। ਡੱਚ ਈਸਟ ਇੰਡੀਆ ਕੰਪਨੀ ਕਿਸ ਦੇਸ਼ ਨਾਲ ਸੰਬੰਧਿਤ ਸੀ? ਨੀਦਰਲੈਂਡ, ਹਾਲੈਂਡ ਨਾਲ ਸੰਬੰਧਿਤ ਸੀ ਜੀ ਇਹ। 6 ਨੰਬਰ ਦੇਖਦੇ ਹਾਂ ਜੀ। ਵਾਸਕੋ ਡੀ ਗਾਮਾ ਕਿੱਥੋਂ ਦਾ ਰਹਿਣ ਵਾਲਾ ਸੀ? ਪੁਰਤਗਾਲ ਦਾ ਸੀ। ਵਾਸਕੋ ਡੀ ਗਾਮਾ ਪੁਰਤਗਾਲ ਦਾ ਰਹਿਣ ਵਾਲਾ ਸੀ ਜੀ ਇਹ। 7 ਨੰਬਰ ਦੇਖਦੇ ਹਾਂ। ਵਾਸਕੋ ਡੀ ਗਾਮਾ ਭਾਰਤ ਕਦੋਂ ਅਤੇ ਕਿੱਥੇ ਪਹੁੰਚਿਆ? 1498 ਦੇ ਵਿੱਚ ਕਾਲੀਕਟ ਪਹੁੰਚਿਆ ਜੀ, ਬੰਦਰਗਾਹ 'ਤੇ ਕਾਲੀਕਟ ਦੇ ਸਥਾਨ 'ਤੇ ਪਹੁੰਚਿਆ। ਸੋ ਇਹਦੇ ਨਾਲ ਆਪਾਂ ਹਰ ਇੱਕ ਪ੍ਰਸ਼ਨ ਦੇ ਫੈਕਟ ਇਸ ਕਰਕੇ ਨਹੀਂ ਦੱਸ ਰਹੇ, ਕਿਉਂਕਿ ਜਿਹੜੇ ਫੈਕਟ ਤੁਹਾਨੂੰ ਦੱਸਣੇ ਨੇ ਉਹ ਹਰ ਆਪਾਂ ਪ੍ਰਸ਼ਨ ਦੇ ਵਿੱਚ ਲੈ ਕੇ ਆਏ ਹੋਏ ਹਾਂ। ਜੇ ਹੁਣ ਇੱਥੇ ਤੁਹਾਡੀ ਗੱਲ ਕਰੀਏ ਵੀ ਉਦੋਂ ਕਾਲੀਕਟ ਦਾ ਰਾਜਾ ਕਿਹੜਾ ਸੀ, ਤਾਂ ਅਗਲਾ ਪ੍ਰਸ਼ਨ ਪਿਆ 8 ਨੰਬਰ। ਸੋ ਇਸੇ ਤਰ੍ਹਾਂ ਤੁਸੀਂ ਧਿਆਨ 'ਚ ਰੱਖਣਾ। ਆਪਾਂ ਕੱਲਾ ਪ੍ਰਸ਼ਨ ਪੜ੍ਹਾਂਗੇ। ਤੁਸੀਂ ਇਸ ਨੂੰ ਮਤਲਬ ਵਧੀਆ ਤਰੀਕੇ ਨਾਲ ਸੁਣ ਵੀ ਸਕਦੇ ਹੋ। ਜੇ ਤੁਸੀਂ ਸਕਰੀਨ ਨਹੀਂ ਦੇਖਣੀ ਤਾਂ ਇਕੱਲਾ ਇਹਨੂੰ ਸੁਣ ਵੀ ਸਕਦੇ ਹੋ। ਤੁਹਾਡੇ ਲਈ ਵੈਰੀ ਇੰਪੋਰਟੈਂਟ ਇਹ ਖਜ਼ਾਨਾ ਹੀ ਹੈ ਜੀਕੇ ਦਾ 130 ਪ੍ਰਸ਼ਨ। 8 ਨੰਬਰ ਪੜ੍ਹਦੇ ਹਾਂ। ਵਾਸਕੋ ਡੀ ਗਾਮਾ ਦਾ ਸਵਾਗਤ ਕਰਨ ਵਾਲੇ ਸ਼ਾਸਕ ਦਾ ਨਾਂ ਦੱਸੋ? ਸੋ ਜੈਮੋਰੀਨ ਸੀਗਾ, ਉਸ ਸਮੇਂ ਰਾਜਾ ਸੀਗਾ ਜੀ ਉਹ। ਕਾਲੀਕਟ ਦੇ ਵਿੱਚ 1498 ਜਦੋਂ ਪੁਰਤਗਾਲ ਦਾ ਰਹਿਣ ਵਾਲਾ ਵਾਸਕੋ ਡੀ ਗਾਮਾ ਭਾਰਤ ਦੀ ਖੋਜ ਦੇ ਵਿੱਚ ਭਾਰਤ ਪਹੁੰਚਿਆ, ਕਾਲੀਕਟ ਦੇ ਸਥਾਨ 'ਤੇ ਪਹੁੰਚਿਆ। 1498 ਦੇ ਵਿੱਚ ਪਹੁੰਚਿਆ। ਕਾਲੀਕਟ ਦਾ ਜਿਹੜਾ ਉਸ ਸਮੇਂ ਰਾਜਾ ਸੀ ਜੈਮੋਰਿਨ ਸੀਗਾ। ਅਗਲਾ ਦੇਖਦੇ ਹਾਂ 9 ਨੰਬਰ। ਪੁਰਤਗਾਲੀ ਕਿਹੜੀਆਂ ਸਬਜ਼ੀਆਂ ਭਾਰਤ ਲੈ ਕੇ ਆਏ? ਸੋ ਪੁਰਤਗਾਲੀ ਆਪਣੇ ਨਾਲ ਸਬਜ਼ੀਆਂ ਲੈ ਕੇ ਆਏ ਸੀਗੇ, ਆਲੂ, ਟਮਾਟਰ ਅਤੇ ਹਰੀ ਮਿਰਚ। ਸੋ ਪੁਰਤਗਾਲ ਨੇ ਹੀ ਪ੍ਰੈਸ ਦੀ ਸਥਾਪਨਾ ਕੀਤੀ ਸੀ। ਜਦੋਂ ਪ੍ਰੈਸ ਭਾਰਤ ਦੇ ਵਿੱਚ, ਜੇ ਇਹ ਵੀ ਗੱਲ ਪੁੱਛੀ ਜਾਂਦੀ ਹੈ ਵੀ ਭਾਰਤ ਵਿੱਚ ਛਾਪਾਖਾਨਾ ਕਿਹਨੇ ਸ਼ੁਰੂ ਕੀਤਾ, ਪ੍ਰੈਸ ਸੀ ਕਿਹਨੇ ਸ਼ੁਰੂ ਕੀਤੀ? ਸੋ ਇਹ ਪੁਰਤਗਾਲ ਨੇ ਸ਼ੁਰੂ ਕੀਤੀ ਸੀ। 10 ਨੰਬਰ ਪੜ੍ਹਦੇ ਹਾਂ। 1600 ਈਸਵੀ ਵਿੱਚ ਇੰਗਲੈਂਡ ਦੀ ਕਿਸ ਮਹਾਰਾਣੀ ਨੇ ਈਸਟ ਵਿੱਚ ਵਪਾਰ ਕਰਨ ਈਸਟ ਇੰਡੀਆ ਕੰਪਨੀ ਨੂੰ ਚਾਰਟਰ ਦਿੱਤਾ? ਸੋ ਰਾਣੀ ਐਲਿਜ਼ਾਬੈਥ ਸੀ ਜੀ ਉਦੋਂ। 1600 ਦੇ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ ਸੀ। ਇੱਥੋਂ ਰਿਲੇਟ ਕਰ ਲਿਓ। ਰਾਣੀ ਐਲਿਜ਼ਾਬੈਥ ਸੀ। ਇਹਨੇ ਕੰਪਨੀ ਨੂੰ ਅਧਿਕਾਰ ਦਿੱਤਾ ਸੀ, 15 ਸਾਲਾਂ ਦਾ ਇੱਕ ਅਧਿਕਾਰ ਦਿੱਤਾ ਸੀਗਾ ਵਪਾਰ ਕਰਨ ਲਈ ਈਸਟ ਦੇ ਵਿੱਚ, ਭਾਰਤ ਦੇ ਵਿੱਚ। 11 ਨੰਬਰ ਦੇਖਦੇ ਹਾਂ ਜੀ। ਜਦੋਂ ਅੰਗਰੇਜ਼ ਭਾਰਤ 'ਚ ਵਪਾਰ ਕਰਨ ਆਏ ਤਾਂ ਉਦੋਂ ਮੁਗਲ ਰਾਜਾ ਕੌਣ ਸੀ? ਵੈਰੀ ਇੰਪੋਰਟੈਂਟ ਹੈ। ਜਦੋਂ ਅੰਗਰੇਜ਼ ਆਏ ਸੀ ਭਾਰਤ ਦੇ ਵਿੱਚ ਉਦੋਂ ਮੁਗਲ ਕਾਲ ਦਾ ਜਿਹੜਾ ਰਾਜਾ ਸੀਗਾ, ਮੁਗਲ ਸਲਤਨਤ ਦਾ ਰਾਜਾ ਕਿਹੜਾ ਸੀ? ਜਹਾਂਗੀਰ ਸੀ ਜੀ ਉਹ, ਜਹਾਂਗੀਰ। ਅੰਗਰੇਜ਼ ਅਫਸਰ ਹਾਂਕਿਸ ਕਦੋਂ ਭਾਰਤ ਆਇਆ? 1605 ਦੇ ਵਿੱਚ ਹਾਂਕਿਸ ਭਾਰਤ ਆਇਆ ਸੀ ਜੀ। ਅੰਗਰੇਜ਼ਾਂ ਨੇ ਆਪਣੀ ਪਹਿਲੀ ਫੈਕਟਰੀ ਕਦੋਂ ਅਤੇ ਕਿੱਥੇ ਸਥਾਪਿਤ ਕੀਤੀ ਸੀ? 1606 ਦੇ ਵਿੱਚ ਸੂਰਤ ਦੇ ਵਿੱਚ। ਜਿਹੜੀ ਆਪਾਂ ਡੱਚ ਵਾਲਿਆਂ ਦੀ ਪਹਿਲੀ ਫੈਕਟਰੀ ਸੀਗੀ ਉਹ ਸੀ 1602 ਦੇ ਵਿੱਚ। ਜਿਹੜੀ ਅੰਗਰੇਜ਼ਾਂ ਨੇ ਆਪਣੀ ਪਹਿਲੀ ਫੈਕਟਰੀ ਸਥਾਪਿਤ ਕੀਤੀ ਸੂਰਤ ਦੇ ਵਿੱਚ 1606 ਦੇ ਵਿੱਚ। ਥੋੜ੍ਹੇ ਫਰਕ ਨਾਲ ਇਹ ਯਾਦ ਰੱਖਿਓ। 14 ਨੰਬਰ। ਅੰਗਰੇਜ਼ ਅਫਸਰ ਥਾਮਸ ਰਾਏ ਭਾਰਤ ਕਦੋਂ ਆਇਆ? 1615 ਦੇ ਵਿੱਚ। ਜਿਹੜਾ
ਥਾਮਸ ਸੀਗਾ। ਹਾਂਕਸ ਆਇਆ ਸੀ ਦੇਖੋ 1605 ਦੇ ਵਿੱਚ। ਜਿਹੜਾ ਅੰਗਰੇਜ਼ ਅਫਸਰ ਥਾਮਸ ਸੀ ਇਹ 1615 ਦੇ ਵਿੱਚ ਆ ਗਿਆ ਸੀ। ਅੰਗਰੇਜ਼ਾਂ ਅਤੇ ਪੁਰਤਗਾਲੀਆਂ ਵਿੱਚ ਪਹਿਲੀ ਲੜਾਈ ਦਾ ਸਥਾਨ ਅਤੇ ਸਾਲ ਦੱਸੋ। ਸੂਰਤ ਦੇ ਨੇੜੇ ਸਵਾਲੀ 1612 ਦੇ ਵਿੱਚ ਪਹਿਲੀ ਲੜਾਈ ਹੋਈ। ਕਿਹਦੇ ਵਿੱਚ? ਅੰਗਰੇਜ਼ਾਂ ਅਤੇ ਪੁਰਤਗਾਲੀਆਂ ਦੇ ਵਿੱਚ। ਸੋ ਅੰਗਰੇਜ਼ਾਂ ਅਤੇ ਪੁਰਤਗਾਲੀਆਂ ਦੇ ਵਿੱਚ ਪਹਿਲੀ ਲੜਾਈ ਸੂਰਤ ਦੇ ਨੇੜੇ ਸਵਾਲੀ ਸਥਾਨ 'ਤੇ 1612 ਦੇ ਵਿੱਚ ਹੋਈ। 16 ਨੰਬਰ ਪ੍ਰਸ਼ਨ ਦੇਖਦੇ ਹਾਂ ਦੋਸਤੋ। ਸਿਰਾਜੂਦੌਲਾ ਕਿਸ ਸ਼ਹਿਰ ਦਾ ਨਵਾਬ ਸੀ? ਬੰਗਾਲ ਦਾ ਸੀ ਜੀ ਇਹ ਸਿਰਾਜੂਦੌਲਾ ਲਿਖਿਆ ਹੁੰਦਾ, ਸਿਰਾਜੂਦੌਲਾ ਵੀ ਲਿਖਿਆ ਹੁੰਦਾ ਸਿੱਧਾ। ਕਿਸ ਸ਼ਹਿਰ ਦਾ ਨਵਾਬ ਸੀ? ਬੰਗਾਲ ਦਾ। ਸਿਰਾਜੂਦੌਲਾ ਨਾਲ ਪਲਾਸੀ ਦੀ ਲੜਾਈ ਵਿੱਚ ਮੁਕਾਬਲਾ ਕਰਨ ਵਾਲੇ ਅੰਗਰੇਜ਼ ਆਰਮੀ ਅਫਸਰ ਦਾ ਨਾਂ ਦੱਸੋ। ਸੋ ਰੋਬਰਟ ਕਲਾਈਵ ਸੀ ਜੀ। 1757 ਦੇ ਵਿੱਚ ਇਹ ਪਲਾਸੀ ਦੀ ਲੜਾਈ ਹੋਈ ਸੀ। ਰੋਬਰਟ ਕਲਾਈਵ ਦੀਆਂ ਫੌਜਾਂ ਜਿੱਤ ਗਈਆਂ ਸੀ। ਇਹਦਾ ਕਾਰਨ ਇਹ ਸੀਗਾ ਜਿੱਤਣ ਦਾ ਵੀ ਜਿਹੜੇ ਸਿਰਾਜੂਦੌਲਾ ਦੇ ਨਾਲ ਕਈ ਨਵਾਬ ਇਹੋ ਜਿਹੇ ਸੀ ਹੋਰ ਇਹਦੇ ਜਿਹੜੇ ਸਹਾਇਕ ਸੀਗੇ। ਸੋ ਉਹਨਾਂ ਨੇ ਨਾ ਇਹਦਾ ਸਾਥ ਨਹੀਂ ਦਿੱਤਾ ਮੌਕੇ 'ਤੇ ਆ ਕੇ। ਪਹਿਲਾਂ ਤਾਂ ਇਹਦੇ ਨਾਲ ਸੀ, ਫਿਰ ਉਹ ਰੋਬਰਟ ਕਲਾਈਵ ਦੇ ਨਾਲ ਅੰਗਰੇਜ਼ਾਂ ਨਾਲ ਰਲ ਕੇ ਭਾਰਤ ਦਾ ਅੰਗਰੇਜ਼ਾਂ ਦੇ ਹੱਥੋਂ ਹਾਰਨਾ, ਵਾਰ-ਵਾਰ ਹਾਰਨਾ ਇਹੀ ਕਾਰਨ ਰਿਹਾ ਵੀ ਇੱਥੇ ਗਦਾਰੀ ਵਾਲੀ ਸੀ ਭਾਰਤ ਦੇ ਲੋਕਾਂ ਦੇ ਵਿੱਚ। ਕਿਹਦੇ ਪਿੱਛੇ ਗਦਾਰੀ ਸੀਗੀ? ਕੁਰਸੀ ਪਿੱਛੇ। ਉਹਦਾ ਮਤਲਬ ਇਹੀ ਹੁੰਦਾ ਸੀ ਵੀ ਜੇ ਇਹ ਬੰਦਾ ਮਰ ਜੇ ਤਾਂ ਇਹਦੀ ਥਾਂ 'ਤੇ ਸਾਨੂੰ ਕੁਰਸੀ ਮਿਲ ਜੂਗੀ। ਇਹੀ ਕਾਰਨ ਰਿਹਾ ਹੋਇਆ ਸੀ। ਸੋ ਭਾਰਤ ਦੇ ਲੋਕ, ਭਾਰਤ ਦੇ ਰਾਜੇ, ਭਾਰਤ ਦਾ ਜਿਹੜਾ ਸਰਮਾਇਆ ਸੀ ਇਸੇ ਕਾਰਨ ਪਿੱਛੇ ਜਾਈ ਗਿਆ। ਸੋ ਗਦਾਰੀ ਵੱਧ ਭਰੀ ਹੋਈ ਸੀ ਲੋਕਾਂ ਦੇ। ਸੋ ਸਿਰਾਜੂਦੌਲਾ ਹਾਰ ਗਿਆ ਸੀ। ਰੋਬਰਟ ਕਲਾਈਵ ਦੀਆਂ ਫੌਜਾਂ ਜਿੱਤ ਗਈਆਂ ਸੀ ਤਾਂ ਸਿਰਾਜੂਦੌਲਾ ਨੂੰ ਉੱਥੇ ਮਾਰ ਦਿੱਤਾ ਗਿਆ ਸੀ। ਪਹਿਲਾਂ ਇਹਦੇ ਨਾਲ ਸੰਧੀ ਹੋਈ ਸੀ, ਫਿਰ ਪਲਾਸੀ ਦਾ ਯੁੱਧ ਹੋਇਆ, ਫਿਰ ਪਲਾਸੀ ਦੇ ਯੁੱਧ ਦੇ ਵਿੱਚ ਇਹਨੂੰ ਮਾਰ ਦਿੱਤਾ ਗਿਆ ਸੀ। ਸੋ ਮੀਰ ਕਾਸਿਮ ਨੂੰ ਫਿਰ ਨਵਾਬ ਦਾ ਜਿਹੜਾ ਬੰਗਾਲ ਦਾ ਨਵਾਬ ਬਣਾ ਦਿੱਤਾ ਗਿਆ ਸੀ। 18 ਨੰਬਰ ਦੇਖਦੇ ਹਾਂ। ਪਲਾਸ ਦਰਖਤ ਦੀ ਕੀ ਵਿਸ਼ੇਸ਼ਤਾ ਹੈ? ਖੁਸ਼ਬੂਦਾਰ ਹੋਣ ਦੇ ਨਾਲ ਨਾਲ ਵੱਖ-ਵੱਖ ਰੰਗਾਂ ਅਤੇ ਪੱਤਿਆਂ ਭਰਪੂਰ ਦਰਖਤ ਹੈ ਜਿਸ ਦੀ ਵਰਤੋਂ ਨੈਚੁਰਲ ਰੰਗ ਬਣਾਉਣ ਲਈ ਕੀਤੀ ਜਾਂਦੀ ਹੈ। ਸੋ ਅਗਲਾ ਦੇਖਦੇ ਹਾਂ ਜੀ 19 ਨੰਬਰ। ਬਲੈਕ ਹੋਜ ਟ੍ਰੈਜਡੀ ਕਿਸ ਸ਼ਹਿਰ ਵਿੱਚ ਹੋਈ? ਕਲਕੱਤਾ ਦੇ ਵਿੱਚ ਹੋਈ ਜੀ। ਬਲੈਕ ਹੋਜ ਟ੍ਰੈਜਡੀ ਹੈ ਜਿਹੜੀ, ਬਲੈਕ ਹੋਲ ਘਟਨਾ ਵੀ ਬੋਲਿਆ ਜਾਂਦਾ ਹੈ, ਇਹ ਕਿੱਥੇ ਵਾਪਰੀ ਸੀ? ਕਲਕੱਤਾ ਦੇ ਵਿੱਚ ਵਾਪਰੀ ਸੀ। ਇਹਦੇ ਵਿੱਚ ਕੀ ਸੀਗਾ ਇਹਨੇ ਸਿਰਾਜੂਦੌਲਾ ਨੇ ਬਹੁਤ ਸਾਰੇ ਅੰਗਰੇਜ਼ਾਂ ਨੂੰ ਨਾ ਬੰਦ ਕਰਤਾ ਸੀ ਇੱਕ ਕਮਰੇ ਦੇ ਵਿੱਚ ਹੀ ਮਰ ਗਏ ਸੀ, ਬਹੁਤ ਸਾਰੇ ਜ਼ਿਆਦਾ ਮਰ ਗਏ ਸੀ ਉਹ। ਇੱਕ ਤਾਂ ਭੀੜੀ ਥਾਂ ਦੇ ਵਿੱਚ ਬੰਦ ਕਰ ਦਿੱਤਾ ਸੀਗਾ। ਉਸੇ ਦੇ ਕਰਕੇ ਇਹਨਾਂ ਦੇ ਵਿੱਚ ਆਪਸ ਵਿੱਚ ਜਿਹੜੀ ਲੜਾਈ ਵੱਧ ਗਈ ਸੀ। 20 ਨੰਬਰ ਪ੍ਰਸ਼ਨ ਦੇਖਦੇ ਹਾਂ। ਪਲਾਸੀ ਦੀ ਲੜਾਈ ਉਪਰੰਤ ਬੰਗਾਲ ਦਾ ਨਵਾਬ ਕੌਣ ਬਣਿਆ? ਮੀਰ ਜਾਫਰ ਬਣਿਆ ਜੀ। ਮੀਰ ਜਾਫਰ ਨੇ ਸਾਥ ਨਹੀਂ ਦਿੱਤਾ ਬੰਗਾਲ ਦੇ ਨਵਾਬ ਸਿਰਾਜੂਦੌਲਾ ਦਾ। ਲਾਇਡ ਕਰਾਬ ਦੇ ਨਾਲ ਮਿਲ ਗਿਆ ਉਹ। ਫਿਰ ਮੀਰ ਜਾਫਰ ਨੂੰ, ਸਿਰਾਜੂਦੌਲਾ ਨੂੰ ਮਾਰਨ ਤੋਂ ਬਾਅਦ ਮੀਰ ਜਾਫਰ ਨੂੰ ਬਣਾ ਦਿੱਤਾ ਗਿਆ। ਫਿਰ ਮੀਰ ਜਾਫਰ ਨੂੰ ਹਟਾ ਕੇ ਮੀਰ ਕਾਸਿਮ ਨੂੰ ਬਣਾ ਦਿੱਤਾ ਗਿਆ। ਮੀਰ ਜਾਫਰ ਦਾ ਜਵਾਈ ਸੀ ਮੀਰ ਕਾਸਿਮ। ਸੋ ਇਸ ਤਰ੍ਹਾਂ ਇਹ ਲਾਲਚ ਜਿਹਦੇ ਵਿੱਚ ਇਹ ਕਦੇ ਕਿਸੇ ਨਾਲ ਰਲ ਜਾਂਦੇ ਸੀਗੇ ਜਿਹੜੇ ਹੈਗੇ ਸੀਗੇ ਸਲਤਨਤ ਦੇ ਅਧਿਕਾਰੀ। ਸੋ 21 ਨੰਬਰ ਪ੍ਰਸ਼ਨ ਦੇਖਦੇ ਹਾਂ ਜੀ। ਅੰਗਰੇਜ਼ਾਂ ਨੂੰ ਬੰਗਾਲ ਵਿੱਚ ਵਪਾਰ ਕਰਨ ਦੀ ਛੋਟ ਦੇਣ ਦਾ ਫਰਮਾਨ ਜਾਰੀ ਕਰਨ ਵਾਲਾ ਮੁਗਲ ਸ਼ਾਸਕ ਕੌਣ ਸੀ? ਸੋ ਔਰੰਗਜ਼ੇਬ ਸੀ ਜੀ। ਅੰਗਰੇਜ਼ਾਂ ਨੂੰ ਜਦੋਂ ਬੰਗਾਲ ਦੇ ਵਿੱਚ ਵਪਾਰ ਕਰਨ ਦੀ ਛੋਟ ਦੇਤੀ ਸੀ ਨਾ, ਉਹਦਾ ਫਰਮਾਨ ਜਾਰੀ ਕੀਤਾ ਸੀ ਜਿਹੜਾ, ਉਹ ਕਿਹਨੇ ਕੀਤਾ ਸੀ? ਔਰੰਗਜ਼ੇਬ ਨੇ। ਔਰੰਗਜ਼ੇਬ ਨੇ ਬੰਗਾਲ ਦੇ ਵਿੱਚ ਵਪਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਸੀਗੀ ਅੰਗਰੇਜ਼ਾਂ ਨੂੰ। ਫਰਾਂਸੀਸੀ ਈਸਟ ਇੰਡੀਆ ਕੰਪਨੀ ਨੂੰ ਭਾਰਤ ਵੱਲ ਭੇਜਣ ਵਾਲਾ ਫਰਾਂਸ ਦਾ ਰਾਜਾ ਕੌਣ ਸੀ? ਕਿੰਗ ਲੂਇਸ ਸੀਗਾ ਜੀ ਇਹ 14ਵਾਂ। ਕਿੰਗ ਲੂਇਸ 14ਵਾਂ ਸੀ। ਜਿਹੜੇ ਫਰਾਂਸੀਸੀ ਸੀਗੇ ਆਪਣੀ ਈਸਟ ਇੰਡੀਆ ਕੰਪਨੀ ਬਣਾ ਕੇ ਭਾਰਤ ਆਏ, ਉਹਨਾਂ ਨੂੰ ਭੇਜਣ ਵਾਲਾ ਕੌਣ ਸੀ? ਕਿੰਗ ਲੂਇਸ। 23 ਨੰਬਰ ਜੀ। ਫਰਾਂਸੀਸੀਆਂ ਨੇ ਆਪਣੀਆਂ ਪਹਿਲੀ ਬਸਤੀ ਕਿਸ ਸ਼ਹਿਰ ਵਿੱਚ ਅਤੇ ਕਦੋਂ ਲਾਈ? ਸੂਰਤ ਦੇ ਵਿੱਚ 1608 ਦੇ ਵਿੱਚ ਲਾਈ ਜੀ ਫਰਾਂਸੀਸੀਆਂ ਨੇ। ਇੱਥੇ ਫਰਾਂਸੀਸੀਆਂ ਦੀ ਗੱਲ ਹੈ, ਪਹਿਲਾਂ ਡੱਚ ਦੀ ਗੱਲ ਸੀ, ਫਿਰ ਈਸਟ ਇੰਡੀਆ ਕੰਪਨੀ ਅੰਗਰੇਜ਼ਾਂ ਦੀ ਗੱਲ ਸੀ, ਹੁਣ ਫਰਾਂਸੀਸੀਆਂ ਦੀ ਗੱਲ ਕਰ ਰਹੇ ਹਾਂ ਜਿਹੜੇ ਭਾਰਤ ਵਿੱਚ ਜਿਨ੍ਹਾਂ ਨੇ ਆਪਣੀ ਪਹਿਲੀ ਜਿਹੜੀ ਹੈਗੀ ਆ ਬਸਤੀ ਬਣਾਈ ਸ਼ਹਿਰ ਦੇ ਵਿੱਚ, ਸੂਰਤ ਦੇ ਵਿੱਚ ਬਣਾਈ 1608 ਦੇ ਵਿੱਚ ਜੀ। 24 ਨੰਬਰ ਪ੍ਰਸ਼ਨ ਦੇਖਦੇ ਹਾਂ ਜੀ। ਸਵਾਲੀ ਦੀ ਲੜਾਈ ਕਦੋਂ ਅਤੇ ਕਿਹਨਾਂ ਵਿਚਕਾਰ ਹੋਈ? ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ। ਅੰਗਰੇਜ਼ਾਂ ਅਤੇ ਪੁਰਤਗਾਲੀਆਂ ਦੇ ਵਿਚਕਾਰ ਹੋਈ 1612 ਦੇ ਵਿੱਚ। ਵੰਡੀਵਾਸ ਦੀ ਲੜਾਈ ਕਦੋਂ ਅਤੇ ਕਿਹਨਾਂ ਵਿਚਕਾਰ ਹੋਈ? ਅੰਗਰੇਜ਼ਾਂ ਅਤੇ ਫਰਾਂਸੀਸੀਆਂ ਦੇ ਵਿਚਕਾਰ ਹੋਈ 1760 ਦੇ ਵਿੱਚ। ਬੈਦਾਰਾ ਦੀ ਲੜਾਈ ਕਦੋਂ ਅਤੇ ਕਿਹਨਾਂ ਵਿਚਕਾਰ ਹੋਈ? ਅੰਗਰੇਜ਼ਾਂ ਅਤੇ ਡੱਚ ਦੇ ਵਿਚਕਾਰ ਹੋਈ 1759 ਦੇ ਵਿੱਚ। ਸੋ ਇਹ ਜਿਹੜੀਆਂ ਵੱਖ-ਵੱਖ ਕੰਪਨੀਆਂ ਆਈਆਂ ਸੀਗੀਆਂ ਯੂਰਪ ਵਾਲੇ ਪਾਸਿਓਂ, ਇਹ ਜਿਹੜੀ ਕੰਪਨੀਆਂ ਇੱਥੇ ਭਾਰਤ ਵਿੱਚ ਰਾਜ ਕਰਨ ਦੇ ਮੱਦੇਨਜ਼ਰ ਅਤੇ ਵਪਾਰ ਕਰਨ ਦੇ ਮੱਦੇਨਜ਼ਰ ਆਪਸ ਵਿੱਚ ਵੀ ਲੜ ਪੈਂਦੀਆਂ ਸੀਗੀਆਂ। ਸੋ ਉਹਨਾਂ ਦੇ ਵੀ ਯੁੱਧ ਹੁੰਦੇ ਰਹਿੰਦੇ ਸੀ।
27 ਨੰਬਰ ਦੇਖਦੇ ਹਾਂ ਜੀ, ਪੁਰਤਗਾਲੀਆਂ ਨੇ ਅੰਗਰੇਜ਼ਾਂ ਨੂੰ ਭਾਰਤ ਦਾ ਕਿਹੜਾ ਸ਼ਹਿਰ ਦਾਜ ਵਜੋਂ ਭੇਟ ਕੀਤਾ। ਵੈਰੀ ਇੰਪੋਰਟੈਂਟ ਹੈ ਜੀ। ਪੁਰਤਗਾਲੀਆਂ ਨੇ ਦਾਜ 'ਚ ਦਿੱਤਾ ਸੀ ਅੰਗਰੇਜ਼ਾਂ ਨੂੰ, ਕਿਉਂਕਿ ਪੁਰਤਗਾਲੀਆਂ ਦੀ ਜਿਹੜੀ ਰਾਜਕੁਮਾਰੀ ਸੀ ਉਹ ਅੰਗਰੇਜ਼ਾਂ ਦੇ ਰਾਜਕੁਮਾਰ, ਉਹਦਾ ਮੇਰੇ ਨਾਂ ਹੁਣ ਧਿਆਨ 'ਚ ਨਹੀਂ ਹੈਗਾ, ਉਹ ਆਪਾਂ ਤੁਹਾਨੂੰ ਨੋਟ ਕਰਵਾਵਾਂਗੇ ਕਮੈਂਟ ਬਾਕਸ ਦੇ ਵਿੱਚ। ਸੋ ਉਹਨਾਂ ਨੇ ਇਹਦਾ ਜਦੋਂ ਵਿਆਹ ਕੀਤਾ ਇਸ ਰਾਜਕੁਮਾਰ ਨਾਲ ਤਾਂ ਉਹਨੂੰ ਦਾਜ ਦੇ ਵਿੱਚ ਬੰਬੇ ਸ਼ਹਿਰ ਦੇ ਦਿੱਤਾ ਸੀ। ਪਹਿਲਾਂ ਬੰਬੇ ਸੀ ਜਿਹੜਾ ਪੁਰਤਗਾਲੀਆਂ ਦੇ ਅਧੀਨ ਸੀਗਾ। 28 ਨੰਬਰ ਦੇਖਦੇ ਹਾਂ ਜੀ, ਬਕਸਰ ਦਾ ਯੁੱਧ ਕਦੋਂ ਅਤੇ ਕਿਹਨਾਂ ਵਿਚਕਾਰ ਹੋਇਆ। 1764 ਦੇ ਵਿੱਚ ਬਕਸਰ ਦਾ ਯੁੱਧ ਹੋਇਆ, ਇਹ ਗੱਲ ਯਾਦ ਰੱਖਿਓ। ਅੰਗਰੇਜ਼ਾਂ, ਮੀਰ ਕਾਸਮ, ਸਜਾਉਦੌਲਾ, ਸ਼ਾਹ ਆਲਮ, ਇਹਨਾਂ ਦੀਆਂ ਫੌਜਾਂ ਦੇ ਵਿਚਕਾਰ ਹੋਇਆ ਸੀ। ਇੱਕ ਪਾਸੇ ਅੰਗਰੇਜ਼ ਸੀ ਮਤਲਬ, ਦੂਸਰੇ ਪਾਸੇ ਮੀਰ ਕਾਸਮ, ਸਜਾਉਦੌਲਾ, ਸ਼ਾਹ ਆਲਮ। ਮੀਰ ਕਾਸਮ ਉਹੀ ਹੋ ਗਿਆ ਦੇਖੋ ਜਿਹੜਾ ਮਤਲਬ ਮੀਰ ਜਾਫਰ ਦਾ ਜਵਾਈ ਸੀ। ਫਿਰ ਸਜਾਉਦੌਲਾ ਸੀ ਜਿਹੜਾ ਬੰਗਾਲ ਦੇ ਵਿੱਚ ਸੀਗਾ ਸ਼ਾਮਲ, ਅਤੇ ਸ਼ਾਹ ਆਲਮ ਮਤਲਬ ਉਦੋਂ ਬੰਗਾਲ ਦੇ ਵਿੱਚ ਪਹੁੰਚਿਆ ਹੋਇਆ ਸੀ, ਇਹ ਬੰਗਾਲ ਦਾ ਨਵਾਬ। ਸੋ ਇਹ ਬਕਸਰ ਦੇ ਵਿੱਚ ਪਹੁੰਚਿਆ ਹੋਇਆ ਸੀ। ਸੋ 1764 ਦੇ ਵਿੱਚ ਇਹ ਲੜਾਈ ਹੋਈ ਸੀ ਜੀ। ਫਿਰ ਇਹ ਇਲਾਹਾਬਾਦ ਦੀ ਸੰਧੀ ਦੇ ਨਾਲ ਹੋਰ ਕਈ ਸੰਧੀਆਂ ਹੋਈਆਂ, ਕਿਉਂਕਿ ਮੀਰ ਕਾਸਮ ਇੱਥੋਂ ਵੀ ਇਸ ਲੜਾਈ 'ਚੋਂ ਵੀ ਭੱਜ ਗਿਆ ਸੀ। ਇਸ ਲੜਾਈ 'ਚ ਵੀ ਅੰਗਰੇਜ਼ਾਂ ਦੀ ਜਿੱਤ ਹੋਈ ਸੀ। 29 ਨੰਬਰ ਪ੍ਰਸ਼ਨ ਜੀ, ਬਕਸਰ ਦੇ ਯੁੱਧ ਵਿੱਚ ਅੰਗਰੇਜ਼ਾਂ ਦੀ ਅਗਵਾਈ ਕਿਹਨੇ ਕੀਤੀ। ਕੈਪਟਨ ਮੁਨਰੋ ਨੇ ਅੰਗਰੇਜ਼ਾਂ ਦੀ ਅਗਵਾਈ ਕੀਤੀ। ਬਕਸਰ ਦੇ ਯੁੱਧ ਤੋਂ ਬਾਅਦ ਕਿਹੜੀ ਸੰਧੀ ਹੋਈ। ਇਲਾਹਾਬਾਦ ਦੀ ਸੰਧੀ 1765 ਦੇ ਵਿੱਚ। 1764 ਦੇ ਵਿੱਚ ਯੁੱਧ ਹੁੰਦਾ ਹੈ। ਇਹ ਯੁੱਧ ਚੱਲਦਾ ਫਿਰ 1764 ਦੇ ਅਖੀਰ ਤੱਕ ਚਲਿਆ ਜਾਂਦਾ ਅਤੇ 1765 ਦੇ ਵਿੱਚ ਇਲਾਹਾਬਾਦ ਦੀ ਸੰਧੀ ਹੁੰਦੀ ਹੈ ਜੀ। ਅਗਲਾ ਦੇਖਦੇ ਹਾਂ 31 ਨੰਬਰ ਪ੍ਰਸ਼ਨ ਜੀ, 1857 ਦੇ ਵਿਦਰੋਹ ਬਾਰੇ ਇਹ ਸ਼ਬਦ ਕਿਸ ਨੇ ਕਿਹਾ ਹਨ। ਇਟਸ ਫਸਟ ਨੈਸ਼ਨਲ ਵਾਰ ਦਾ ਇੰਡੀਪੈਂਡੈਂਸ ਡੇ। ਵੀ ਡੀ ਸਾਵਰਕਾਰ ਬੰਦੇ ਨੇ ਇਹ ਗੱਲ ਕਹੀ ਸੀ ਜੀ। 1857 ਦੇ ਵਿਦਰੋਹ ਬਾਰੇ ਇਹ ਸ਼ਬਦ ਕਿਸ ਨੇ ਕਹੇ। ਇਹ ਅਲੱਗ-ਅਲੱਗ ਸ਼ਬਦ ਸੀਗੇ, ਬੋਲੇ ਗਏ ਸੀ। ਕੋਈ ਮਤਲਬ ਇਤਿਹਾਸਕਾਰ 1857 ਦੇ ਵਿਦਰੋਹ ਨੂੰ ਕਿਸੇ ਗੱਲ ਨਾਲ ਬੋਲਦਾ ਸੀ, ਕੋਈ ਕਿਸੇ ਗੱਲ ਨਾਲ ਜੋੜਦਾ ਸੀ, ਅਲੱਗ-ਅਲੱਗ ਨੇਗੇ। ਆਪਾਂ 32 ਨੰਬਰ ਕਰ ਰਹੇ ਸੀਗੇ। 1857 ਦੇ ਵਿਦਰੋਹ ਬਾਰੇ ਇਹ ਸ਼ਬਦ ਕਿਸ ਨੇ ਕਹੇ। ਦਾ ਸੋ ਕਾਲਡ ਨੈਸ਼ਨਲ ਵਾਰ ਦਾ ਇੰਡੀਪੈਂਡੈਂਸ ਇਨ ਦਾ, ਅੱਗੇ ਆਪਾਂ ਪੜ੍ਹਦੇ ਹਾਂ ਥੋੜ੍ਹਾ ਜਿਹਾ ਛੋਟਾ ਕਰਕੇ, ਨੈਦਰ ਫਸਟ ਨੌਰ ਨੈਸ਼ਨਲ ਨੌਰ ਫਾਰ ਦਾ ਐਕਸਪੈਂਡੈਂਸ। ਇਹ ਆਰ ਸੀ ਮਜ਼ੂਮਦਾਰ ਨੇ ਬੋਲੇ ਸੀ ਜੀ, ਇਹ ਆਰ ਸੀ ਮਜ਼ੂਮਦਾਰ ਨੇ। 33 ਨੰਬਰ ਪ੍ਰਸ਼ਨ ਦੇਖਦੇ ਹਾਂ, 1857 ਦੇ ਵਿਦਰੋਹ ਦੇ ਮੁੱਖ ਭਾਰਤੀ ਲੀਡਰ ਦੇ ਨਾਂ ਦੱਸੋ। ਸੋ ਜਦੋਂ 1857 ਦਾ ਵਿਦਰੋਹ ਹੋਇਆ ਸੀ, ਇਹਦੇ ਵਿੱਚ ਭਾਰਤੀ ਲੀਡਰਾਂ ਨੇ ਜਿਹਨਾਂ ਨੇ ਭਾਗ ਲਿਆ, ਇਹਦੇ ਵਿੱਚ ਮੁੱਖ ਰੂਪ ਦੇ ਵਿੱਚ ਭਾਗ ਲਿਆ, ਇੱਕ ਤਾਂ ਤਾਂਤਿਆ ਟੋਬੇ ਸੀ, ਨਾਨਾ ਸਾਹਿਬ, ਬਹਾਦਰ ਸ਼ਾਹ, ਦੂਜਾ ਬਹਾਦਰ ਖਾਨ ਅਤੇ ਲਕਸ਼ਮੀ ਬਾਈ। ਇਹ ਸਾਰੇ ਉਸ ਸਮੇਂ ਦੇ ਮੁੱਖ ਲੀਡਰ ਸੀਗੇ। 1857 ਵਿਦਰੋਹ ਦੇ ਮੁੱਖ ਭਾਰਤੀ ਲੀਡਰ ਸੀ ਇਹ ਜੀ। 34 ਨੰਬਰ ਦੇਖਦੇ ਹਾਂ ਜੀ, ਲੈਫਸ ਦੀ ਨੀਤੀ ਕਦੋਂ ਅਤੇ ਕਿਸ ਨੇ ਚਲਾਈ। 1848 ਦੇ ਵਿੱਚ ਲਾਰਡ ਡਲਹੌਜੀ ਨੇ ਚਲਾਈ। 1848 ਤੋਂ ਲੈ ਕੇ 56 ਤੱਕ ਇਹਦਾ ਸਮਾਂ ਸੀ ਜੀ ਲਾਰਡ ਡਲਹੌਜੀ ਦਾ। ਲੈਫਸ ਦੀ ਨੀਤੀ ਇਸੇ ਨੇ ਚਲਾਈ ਸੀ। ਲੈਫਸ ਦੀ ਨੀਤੀ ਦਾ ਮਤਲਬ ਸੀ ਵੀ ਜਦੋਂ ਕਿਸੇ ਰਾਜੇ ਦੇ ਕੋਈ ਲਾਦ ਨਹੀਂ ਹੁੰਦੀ ਤਾਂ ਉਹ ਗੋਦ ਨਹੀਂ ਲੈ ਸਕਦਾ ਸੀ। ਉਸ ਰਾਜੇ ਦੀ ਮੌਤ ਤੋਂ ਬਾਅਦ, ਉਹਨਾਂ ਦੇ ਘਰਾਣੇ ਦੇ ਖਤਮ ਹੋਣ ਤੋਂ ਬਾਅਦ ਉਹਦਾ ਸਾਰਾ ਸਾਮਰਾਜ ਅੰਗਰੇਜ਼ਾਂ ਦੇ ਸਾਮਰਾਜ ਦੇ ਵਿੱਚ ਮਿਲਾ ਲਿਆ ਜਾਂਦਾ ਸੀ। ਇਹੀ ਲੈਫਸ ਦੀ ਨੀਤੀ ਸੀ। ਇਸੇ ਕਰਕੇ ਰਾਣੀ ਲਕਸ਼ਮੀ ਬਾਈ ਨੇ ਮਤਲਬ 1857 ਦੇ ਵਿਦਰੋਹ ਦੇ ਵਿੱਚ ਭਾਗ ਲਿਆ ਸੀ। 35 ਨੰਬਰ ਦੋਸਤੋ, ਲੈਫਸ ਦੀ ਨੀਤੀ ਕਰਕੇ ਕਿਸ ਰਾਣੀ ਨੂੰ ਅੰਗਰੇਜ਼ਾਂ ਵਿਰੁੱਧ ਹਥਿਆਰ ਚੁੱਕਣੇ ਪਏ। ਰਾਣੀ ਲਕਸ਼ਮੀ ਬਾਈ। ਇਹ ਫਿਰ ਜੰਗ ਲੜਦੀ ਹੋਈ ਮਾਰੀ ਗਈ ਸੀਗੀ। ਇਹਨੇ ਆਪਣਾ ਬੱਚਾ ਗੋਦ ਲਿਆ ਸੀ, ਅੰਗਰੇਜ਼ਾਂ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ। ਉਹਨੂੰ ਮਤਲਬ ਇਹ ਕਹਿ ਦਿੱਤਾ ਸੀ ਵੀ ਤੁਸੀਂ ਗੋਦ ਚਾਹੇ ਕਿੰਨੇ ਬੱਚੇ ਲੈ ਲਓ, ਪਰ ਇਹਨੂੰ ਘਰਾਣਾ ਨਹੀਂ ਮਿਲੂਗਾ ਤੁਹਾਡੀ ਮੌਤ ਤੋਂ ਬਾਅਦ। ਫਿਰ ਇਹਨੇ 1757 ਦੇ ਵਿਰੋਧ ਦੇ ਵਿੱਚ ਪੂਰਾ ਹਿੱਸਾ ਪਾਇਆ ਅਤੇ ਇਹਦੀ ਮੌਤ ਹੋ ਗਈ ਸੀਗੀ ਪਾਣੀਪਤ ਦੇ ਮੈਦਾਨ ਦੇ ਵਿੱਚ, ਗਵਾਲੀਅਰ ਦੇ ਮੈਦਾਨ ਦੇ ਵਿੱਚ। ਸੋ 36 ਨੰਬਰ ਪ੍ਰਸ਼ਨ ਦੇਖਦੇ ਹਾਂ, 1858 ਵਿੱਚ ਇਲਾਹਾਬਾਦ ਵਿਖੇ ਕਿਸ ਅੰਗਰੇਜ਼ ਅਫਸਰ ਨੇ ਭਾਰਤ ਨੂੰ ਸਿੱਧਾ ਇੰਗਲੈਂਡ ਸਰਕਾਰ ਅਧੀਨ ਕਰਨ ਦੀ ਘੋਸ਼ਣਾ ਕੀਤੀ। ਜਦੋਂ 1857 ਦੀ ਲੜਾਈ ਹੋਈ, 1857 ਦੀ, ਉਦੋਂ ਅੰਗਰੇਜ਼ ਨਾ ਇੱਕ ਵਾਰੀ ਹਾਰ ਤੱਕ ਪਹੁੰਚ ਗਏ ਸੀ। ਉਹਨਾਂ ਨੂੰ ਲੱਗਦਾ ਸੀ ਵੀ ਹੁਣ ਸਾਨੂੰ ਭਾਰਤ ਦੇਸ਼ ਛੱਡਣਾ ਪਊਗਾ, ਪਰ ਕਿਸੇ ਕਾਰਨ ਕਰਕੇ ਇਹ ਫਿਰ ਆਪਣਾ ਮਜ਼ਬੂਤ ਕਰ ਗਏ ਹੱਥ ਭਾਰਤ ਦੇ ਵਿੱਚ। ਫਿਰ ਇਹਨਾਂ ਨੇ ਕਾਨੂੰਨਾਂ ਦੇ ਵਿੱਚ ਬੜੀ ਸੋਧ ਕੀਤੀ। ਕੁਛ ਤਾਂ ਇਹਨਾਂ ਨੇ ਜਿਹੜੀ ਆਪਣੀ ਸੈਨਾ ਸੀ ਉਹਦਾ ਅਨੁਪਾਤ ਸੈੱਟ ਕੀਤਾ। ਪਹਿਲਾਂ ਭਾਰਤੀ ਸੈਨਿਕ ਬਾਹਲੇ ਹੁੰਦੇ ਸੀ, ਅੰਗਰੇਜ਼ ਨਸਲ ਦੇ, ਮਤਲਬ ਬ੍ਰਿਟਿਸ਼ ਆਪਦੀ ਨਸਲ ਦੇ ਲੋਕ ਇਹਨਾਂ ਦੇ ਘੱਟ ਸੀ ਸੈਨਾ ਦੇ ਵਿੱਚ। ਉਹ ਅਨੁਪਾਤ ਇਹਨਾਂ ਨੇ ਸਮਤੋਲ ਬਰਾਬਰ ਕੀਤਾ, ਮਤਲਬ ਆਪਦੀ ਸੈਨਾ ਵਧਾਈ। ਕੁਛ ਇਹਨਾਂ ਨੇ ਮਤਲਬ ਈਸਟ ਇੰਡੀਆ ਕੰਪਨੀ ਨੂੰ ਖ਼ਤਮ ਕਰਕੇ ਸਿੱਧਾ ਇੰਗਲੈਂਡ ਦੇ ਅਧੀਨ ਨਾ ਰਾਜ ਸ਼ੁਰੂ ਕਰਤਾ। ਲਾਰਡ ਕੈਨਨ ਨੇ ਇਹ ਗੱਲ ਕੀਤੀ ਸੀ
36 ਨੰਬਰ ਪ੍ਰਸ਼ਨ ਦਾ ਉੱਤਰ ਵੀ ਇਹੀ ਬਣਦਾ। ਸੋ ਅਗਲਾ ਪ੍ਰਸ਼ਨ ਦੇਖਦੇ ਹਾਂ। ਭਾਰਤ ਵਿੱਚ ਅੰਗਰੇਜ਼ੀ ਰਾਜ ਕਿਸ ਮਿਤੀ ਤੋਂ ਸ਼ੁਰੂ ਹੋਇਆ? 20 ਜੂਨ 1858 ਦੇ ਵਿੱਚ। ਪਹਿਲਾਂ ਈਸਟ ਇੰਡੀਆ ਕੰਪਨੀ ਦੇ ਅਧੀਨ ਰਾਜ ਚੱਲਦਾ ਸੀ ਭਾਰਤ ਦੇ ਵਿੱਚ। 1857 ਦੇ ਵਿਦਰੋਹ ਤੋਂ ਬਾਅਦ 20 ਜੂਨ 1858 ਨੂੰ ਜਿਹੜਾ ਲਾਰਡ ਕੈਨਨ ਨੇ ਐਲਾਨ ਕੀਤਾ, ਘੋਸ਼ਣਾ ਕੀਤੀ, ਤਾਂ ਭਾਰਤ ਦੇ ਵਿੱਚ ਜਿਹੜਾ ਸਾਮਰਾਜ ਅੰਗਰੇਜ਼ਾਂ ਦੇ ਅਧੀਨ ਸੀ ਉਹ ਸਿੱਧੀ ਇੰਗਲੈਂਡ ਦੀ ਸਰਕਾਰ ਚਲਾਉਣ ਲੱਗ ਗਈ ਉੱਥੋਂ ਬੈਠੀ। ਸੋ 38 ਨੰਬਰ ਦੇਖਦੇ ਹਾਂ ਜੀ। ਦਿੱਲੀ ਵਿੱਚ 1857 ਵਿਦਰੋਹ ਦਾ ਬਿਗਲ ਵਜਾਉਣ ਵਾਲੇ ਸ਼ਾਸਕ ਦਾ ਨਾਮ ਬਹਾਦਰ ਸ਼ਾਹ ਦੂਜਾ ਸੀ ਇਹ ਜੀ। ਇਹਨੂੰ ਫਿਰ ਮਤਲਬ ਰੈਗੂਨ ਭੇਜ ਦਿੱਤਾ ਗਿਆ ਸੀ ਬੰਦੀ ਬਣਾ ਕੇ, ਉੱਥੇ ਇਹਦੀ ਕਬਰ ਬਣੀ ਹੋਈ ਹੈ। ਇਹ ਆਖਰੀ ਮੁਗਲ ਸਲਤਨਤ ਦਾ ਆਖਰੀ ਰਾਜਾ ਸੀ। ਇਹਦੀ ਮੌਤ ਤੋਂ ਬਾਅਦ ਮੁਗਲ ਸਲਤਨਤ ਖਤਮ ਹੋ ਗਈ ਸੀ ਜੀ। ਜਿਹੜੀ ਮਤਲਬ ਬਾਬਰ ਨੇ ਮਤਲਬ ਮੁਗਲਾਂ ਦਾ ਜਿਹੜਾ ਸਾਮਰਾਜ ਬੰਨਿਆ ਸੀ, ਉਸ ਸਾਮਰਾਜ ਦਾ ਇਹ ਆਖਰੀ ਰਾਜਾ ਸੀ ਬਹਾਦਰ ਸ਼ਾਹ ਦੂਜਾ, ਜਿਹੜਾ 1857 ਦੇ ਵਿਦਰੋਹ ਦੇ ਵਿੱਚ ਜਿਹਨੇ ਹਿੱਸਾ ਲਿਆ, ਜਿਹੜੇ ਨੂੰ ਮਤਲਬ ਬੰਦੀ ਬਣਾ ਕੇ ਰੈਗੂਨ ਭੇਜ ਦਿੱਤਾ ਗਿਆ ਸੀ, ਉੱਥੇ ਇਹਦੀ ਮੌਤ ਹੋ ਗਈ ਸੀ। ਉੱਥੇ ਇਹਦੀ ਅੱਜ ਕੱਲ੍ਹ ਹੁਣ ਵੀ ਕਬਰ ਹੈਗੀ ਆ ਭਾਰਤ ਦੇ ਵਿੱਚ, ਰੈਗੂਨ ਦੇ ਵਿੱਚ, ਬਰਮਾ ਦੇ ਵਿੱਚ। ਭਾਰਤ ਨਹੀਂ ਕਹਿ ਸਕਦੇ, ਬਰਮਾ ਦੇ ਵਿੱਚ ਸ਼ਾਇਦ। ਸੋ ਇੱਥੇ ਕਈ ਵਾਰ ਜ਼ਿਆਦਾ ਆਪਾਂ ਤੇਜ਼ੀ ਨਾਲ ਕਰ ਰਹੇ ਹਾਂ, ਗਲਤੀ ਹੋ ਜਾਂਦੀ ਹੈ ਕਈ ਵਾਰ, ਉਹਨੂੰ ਸੈੱਟ ਕਰ ਲਿਓ ਤੁਸੀਂ ਆਪਦੇ ਪੱਧਰ 'ਤੇ। 39 ਨੰਬਰ ਪ੍ਰਸ਼ਨ ਦੇਖਦੇ ਹਾਂ। ਕਾਨਪੁਰ ਵਿਖੇ 1857 ਵਿਦਰੋਹ ਦਾ ਬਿਗਲ ਵਜਾਉਣ ਵਾਲੇ ਸ਼ਾਸਕ ਦਾ ਨਾਂ। ਕਾਨਪੁਰ ਦੇ ਵਿੱਚ ਜਿਹੜਾ ਸੀਗਾ ਜੀ, ਇਹ ਤਾਂਤੀਆ ਟੋਪੇ ਅਤੇ ਨਾਨਾ ਸਾਹਿਬ ਦੂਜੇ ਸੀ। ਨਾਨਾ ਸਾਹਿਬ ਨੇ ਕਿਉਂ ਵਿਰੋਧ ਕੀਤਾ? ਨਾਨਾ ਸਾਹਿਬ ਦੀ ਨਾ ਪੈਨਸ਼ਨ ਆਉਂਦੀ ਹੁੰਦੀ ਸੀਗੀ, ਉਹ ਬੰਦ ਕਰ ਦਿੱਤੀ ਸੀ। ਜਦੋਂ ਪੈਨਸ਼ਨ ਬੰਦ ਕਰ ਦਿੱਤੀ, ਇਹਨੂੰ ਗੁੱਸਾ ਆ ਗਿਆ ਵੀ ਆਪਣਾ ਹੈ ਨਾ ਇਹ ਨੁਕਸਾਨ ਕਰਤਾ ਅੰਗਰੇਜ਼ਾਂ ਨੇ, ਤਾਂ ਤਾਂਤੀਆ ਟੋਪੇ ਦਾ ਦੋਸਤ ਸੀ, ਇਹਦਾ ਸੈਨਾਪਤੀ ਸੀ, ਇਹਨਾਂ ਦੋਨਾਂ ਨੇ ਰਲ ਕੇ ਮਤਲਬ ਇਹਦਾ ਵਿਰੋਧ ਕੀਤਾ। 40 ਨੰਬਰ ਜੀ। ਬਰੇਲੀ ਵਿਖੇ 1857 ਵਿਦਰੋਹ ਦਾ ਬਿਗਲ ਵਜਾਉਣ ਵਾਲੇ ਸ਼ਾਸਕ ਦਾ ਨਾਂ ਖਾਨ ਬਹਾਦਰ ਖਾਂ। 41 ਨੰਬਰ। ਭਾਰਤੀ ਰਾਸ਼ਟਰੀ ਕਾਂਗਰਸ ਕਦੋਂ ਬਣੀ? 1885 ਦੇ ਵਿੱਚ। ਓ ਹਿਊਮ, ਇਹ ਅੰਗਰੇਜ਼ ਅਧਿਕਾਰੀ ਸੀ, ਇਹਨੇ ਇਹਦੀ ਸਥਾਪਨਾ ਕੀਤੀ ਸੀ 1885 ਦੇ ਵਿੱਚ, ਇੰਡੀਅਨ ਨੈਸ਼ਨਲ ਕਾਂਗਰਸ ਦੀ। 42 ਨੰਬਰ ਜੀ। ਭਾਰਤੀ ਰਾਸ਼ਟਰੀ ਕਾਂਗਰਸ ਦਾ ਪਿਤਾਮਾ ਕੌਣ ਹੈ? ਓ ਹਿਊਮ, ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ। ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਸੰਮੇਲਨ ਕਿਸ ਸ਼ਹਿਰ ਵਿੱਚ ਹੋਇਆ? ਬੰਬੇ ਦੇ ਵਿੱਚ ਹੋਇਆ ਜੀ। ਗੋਕਲ ਤੇਜਪਾਲ ਕੋਈ ਕਾਲਜ ਸੀ, ਗੋਕਲ ਤੇਜਪਾਲ ਇਸ ਤਰ੍ਹਾਂ ਦੇ ਨਾਂ 'ਤੇ, ਉਸ ਕਾਲਜ ਦੇ ਵਿੱਚ ਪਹਿਲਾ ਸੰਮੇਲਨ ਹੋਇਆ ਸੀ ਜੀ। 28 ਤੋਂ ਮਤਲਬ ਇਹ 29-30 ਦਸੰਬਰ ਤੱਕ ਚੱਲਿਆ ਸੀਗਾ ਜੀ 1885 ਦੇ ਵਿੱਚ। 44 ਨੰਬਰ ਦੇਖਦੇ ਹਾਂ। ਭਾਰਤੀ ਰਾਸ਼ਟਰੀ ਕਾਂਗਰਸ ਦੇ ਪਹਿਲੇ ਭਾਰਤੀ ਪ੍ਰਧਾਨ ਕੌਣ ਸੀਗੇ? WC ਬੈਨਰਜੀ। WC ਬੈਨਰਜੀ, ਭੂਮੇਸ਼ ਚੰਦਰ ਬੈਨਰਜੀ, ਇਹਨਾਂ ਦਾ ਪੂਰਾ ਨਾਂ ਸੀ ਭੂਮੇਸ਼ ਚੰਦਰ ਬੈਨਰਜੀ। ਇਹ ਪਹਿਲੇ ਪ੍ਰਧਾਨ ਬਣੇ ਸੀਗੇ ਜੀ। ਕਿਹਨੇ ਬਣਾਏ ਸੀ? ਓ ਹਿਊਮ ਨੇ। ਕਾਂਗਰਸ ਜਿਹੜੀ ਇਹ ਬਣਾਈ ਸੀ, ਇਹਦੀ ਸਥਾਪਨਾ ਕੀਤੀ ਸੀ ਓ ਹਿਊਮ ਨੇ ਕੀਤੀ ਸੀ, ਪਰ ਇਹਦਾ ਪਹਿਲਾ ਪ੍ਰਧਾਨ ਭਾਰਤੀ ਸੀਗਾ WC ਬੈਨਰਜੀ। 45 ਨੰਬਰ ਪ੍ਰਸ਼ਨ ਦੇਖਦੇ ਹਾਂ ਜੀ। ਗ੍ਰੈਂਡ ਓਲਡ ਮੈਨ ਆਫ ਇੰਡੀਆ ਕਿਸ ਨੂੰ ਕਿਹਾ ਜਾਂਦਾ? ਦਾਦਾ ਭਾਈ ਨਰੋਜੀ ਨੂੰ ਕਿਹਾ ਜਾਂਦਾ ਹੈ ਗ੍ਰੈਂਡ ਓਲਡ ਮੈਨ ਆਫ ਇੰਡੀਆ, ਦਾਦਾ ਭਾਈ ਨਰੋਜੀ। ਇਹ ਵੱਡੀ ਉਮਰ ਦੇ ਮਤਲਬ ਕਾਂਗਰਸ ਦੇ ਵਿੱਚ ਸ਼ਾਮਲ ਮਤਲਬ ਆਪਣੇ ਨੇਤਾ ਸੀਗੇ ਉਸ ਸਮੇਂ ਦੇ। ਅਗਲਾ ਪ੍ਰਸ਼ਨ ਜੀ। 46 ਨੰਬਰ। WHO ਰੋਟ ਦਾ ਫੇਮਸ ਬੁੱਕ ਡਰੇਨ ਆਫ ਵੈਲਥ। ਇਹ ਮਤਲਬ WHO ਬੋਲਿਆ ਗਿਆ, ਹੂ ਰੋਟ ਲਿਖਿਆ, ਮਤਲਬ ਪੁੱਛਿਆ ਗਿਆ ਵੀ ਇਹ ਫੇਮਸ ਬੁੱਕ ਕਿਹਨੇ ਲਿਖੀ ਹੈ? ਦਾਦਾ ਭਾਈ ਨਰੋਜੀ ਨੇ ਲਿਖੀ ਹੈ। ਸੋ ਸੌਰੀ, ਆਪਾਂ ਇਹਨੂੰ ਬੋਲਣ ਦੇ ਵਿੱਚ ਗਲਤੀ ਕਰ ਗਏ ਸੀ, ਦਾਦਾ ਭਾਈ ਨਰੋਜੀ ਦੀ ਲਿਖੀ ਹੋਈ ਹੈ। ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਮੁਸਲਿਮ ਪ੍ਰਧਾਨ ਕੌਣ ਸੀ? ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ, ਨੋਟ ਕਰ ਲਿਓ, ਆਉਣ ਦੇ ਚਾਂਸ ਰਹਿੰਦੇ ਨੇ ਇਸ ਤਰ੍ਹਾਂ ਦੇ ਪੇਪਰ। ਐਗਜ਼ਾਮੀਨਰ ਆਪਣੇ ਵੱਲੋਂ ਡੂੰਘਾਈ ਇਸੇ ਤਰ੍ਹਾਂ ਦੀ ਕਰ ਸਕਦਾ ਗਾ ਵੀ ਇੰਨੀ ਕੁ ਡੂੰਘਾਈ ਵੀ ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਮੁਸਲਿਮ ਪ੍ਰਧਾਨ ਕੌਣ ਸੀ? ਬਦਰੁਦੀਨ ਤਿਆਬ ਜੀ, ਪਹਿਲਾ ਮੁਸਲਿਮ ਪ੍ਰਧਾਨ ਬਣਿਆ ਸੀ ਇਹ ਇੰਡੀਅਨ ਨੈਸ਼ਨਲ ਕਾਂਗਰਸ ਦਾ। 48 ਨੰਬਰ। ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਈਸਾਈ ਪ੍ਰਧਾਨ ਕੌਣ ਸੀ? ਜਾਰਜ ਜੂਲੇ। ਭਾਰਤੀ ਰਾਸ਼ਟਰੀ ਕਾਂਗਰਸ ਦਾ ਕਿਹੜਾ ਸੰਮੇਲਨ ਪਹਿਲੀ ਵਾਰ ਕਿਸੇ ਪਿੰਡ ਵਿੱਚ ਹੋਇਆ ਤੇ ਕਿੱਥੇ ਹੋਇਆ? ਸੋ 1924 ਦੇ ਵਿੱਚ ਹੋਇਆ ਪਹਿਲਾ ਸੰਮੇਲਨ ਜਿਹੜਾ ਪਿੰਡ ਵਿੱਚ ਹੋਇਆ। ਕਿਹੜੇ ਪਿੰਡ ਵਿੱਚ ਹੋਇਆ? ਬਾਲੇਗਾਉਂ ਦੇ ਵਿੱਚ। 50 ਨੰਬਰ ਦੇਖਦੇ ਹਾਂ ਜੀ। ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਔਰਤ ਪ੍ਰਧਾਨ ਕੌਣ ਸੀ? ਐਨੀ ਬੇਸੈਂਟ ਸੀ ਜੀ ਪਹਿਲੀ ਔਰਤ ਪ੍ਰਧਾਨ। ਇਹ ਵਿਦੇਸ਼ੀ ਸੀਗੀ, ਇਹ ਭਾਰਤੀ ਨਹੀਂ ਸੀ, ਇਹ ਯਾਦ ਰੱਖਿਓ। ਜੇ ਭਾਰਤੀ ਪੁੱਛਿਆ ਜਾਵੇ ਤਾਂ ਸਰੋਜਨੀ ਨਾਇਡੂ ਬਣੀ ਸੀ 1925 ਦੇ ਵਿੱਚ, ਸ਼ਾਇਦ ਆਪਾਂ ਅੱਗੇ ਪੜ੍ਹਾਂਗੇ। 51 ਨੰਬਰ ਦੇਖਦੇ ਹਾਂ। ਭਾਰਤੀ ਰਾਸ਼ਟਰੀ ਕਾਂਗਰਸ ਦੀ ਸੰਪਾਦਨਾ ਸਮੇਂ ਅੰਗਰੇਜ਼ੀ ਗਵਰਨਰ ਜਨਰਲ ਕੌਣ ਸੀ? ਲਾਰਡ ਡਫਰਿਨ ਸੀਗਾ ਜੀ।
ਲਾਰਡ ਡਫਰਿਨ ਉਦੋਂ ਉਸ ਸਮੇਂ ਮਤਲਬ ਜਦੋਂ 1885 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਹੋਈ, ਉਦੋਂ ਅੰਗਰੇਜ਼ੀ ਗਵਰਨਰ ਜਨਰਲ ਸੀ ਜਿਹੜਾ ਉਹ ਲਾਰਡ ਡਫਰਿਨ ਸੀ। 52 ਨੰਬਰ ਜੀ, ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਭਾਰਤੀ ਔਰਤ ਪ੍ਰਧਾਨ ਕੌਣ ਸੀ? ਇੱਥੇ ਆ ਗਿਆ ਜੀ ਉਹ ਪ੍ਰਸ਼ਨ। ਪਹਿਲੀ ਭਾਰਤੀ ਸਰੋਜਨੀ ਨਾਇਡੂ ਸੀ ਜੀ। ਜੇ ਪਹਿਲੀ ਉਂਝ ਔਰਤ ਪੁੱਛਿਆ ਜਾਵੇ ਤਾਂ ਐਨੀ ਬੇਸੈਂਟ ਸੀ। ਸੋ ਸਰੋਜਨੀ ਨਾਇਡੂ ਸ਼ਾਇਦ ਲਗਭਗ ਆਪਾਂ ਕਹਿ ਸਕਦੇ 1925 ਦੇ ਵਿੱਚ ਇਹ ਪ੍ਰਧਾਨ ਬਣੀ ਸੀ ਜੀ। 53 ਨੰਬਰ ਪ੍ਰਸ਼ਨ ਦੋਸਤੋ, ਦੇਸ਼ ਦੀ ਸੁਤੰਤਰਤਾ ਸਮੇਂ ਭਾਰਤੀ ਰਾਸ਼ਟਰੀ ਕਾਂਗਰਸ ਦਾ ਪ੍ਰਧਾਨ ਕੌਣ ਸੀ? ਜਦੋਂ ਦੇਸ਼ ਦੀ ਸੁਤੰਤਰਤਾ ਦਾ ਮਤਲਬ ਸਮਾਂ ਸੀ, JP ਕਿਰਪਲਾਨੀ ਸੀ। 54 ਨੰਬਰ ਦੇਖਦੇ ਹਾਂ ਜੀ, ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ, ਮੈਂ ਇਸ ਨੂੰ ਲੈ ਕੇ ਰਹਾਂਗਾ। ਇਹ ਸ਼ਬਦ ਕਿਸ ਨੇ ਕਹੇ? ਬਾਲ ਗੰਗਾਧਰ ਤਿਲਕ ਨੇ ਕਹੇ। ਵੈਰੀ ਇੰਪੋਰਟੈਂਟ ਹੈ। ਬਾਲ ਪਾਲ ਨਾਲ ਗਰਮ ਧੜੇ ਨਾਲ ਸੰਬੰਧਿਤ ਸੀ। ਇੰਡੀਅਨ ਨੈਸ਼ਨਲ ਕਾਂਗਰਸ ਦੇ ਦੋ ਧੜੇ ਬਣ ਗਏ ਸੀਗੇ, ਇੱਕ ਉਦਾਰਵਾਦੀਆਂ ਦਾ ਅਤੇ ਉਗਰਵਾਦੀਆਂ ਦਾ। ਇੱਕ ਗਰਮ ਧੜਾ, ਇੱਕ ਨਰਮ ਧੜਾ ਸੀਗਾ। ਸੋ ਇਹ ਗਰਮ ਧੜੇ ਦੇ ਬੰਦੇ ਸੀ ਬਾਲ ਗੰਗਾਧਰ ਤਿਲਕ, ਲਾਲਾ ਲਾਜਪਤ ਰਾਏ, ਬਿਪਨ ਚੰਦਰ ਪਾਲ, ਇਹ ਸੀਗੇ। ਸੋ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਨਾਅਰਾ ਦਿੱਤਾ ਸੀ ਬਾਲ ਗੰਗਾਧਰ ਤਿਲਕ ਨੇ। 55 ਨੰਬਰ ਜੀ, ਰਵਿੰਦਰ ਨਾਥ ਟੈਗੋਰ ਨੂੰ ਗੁਰੂਦੇਵ ਦੀ ਉਪਾਧੀ ਕਿਸ ਨੇ ਦਿੱਤੀ? ਮਹਾਤਮਾ ਗਾਂਧੀ ਨੇ। ਮਹਾਤਮਾ ਗਾਂਧੀ ਸੀ ਜਿਹੜੇ, ਉਹ ਇਹਨੂੰ ਰਵਿੰਦਰ ਨਾਥ ਟੈਗੋਰ ਨੂੰ ਗੁਰੂਦੇਵ ਕਹਿ ਕੇ ਬੁਲਾਉਂਦੇ ਸੀ, ਜਿਹਨੇ ਜਨ ਗਣ ਮਨ ਜਿਹੜਾ ਰਾਸ਼ਟਰੀ ਗਾਣਾ ਹੈ ਆਪਣਾ ਉਹ ਲਿਖਿਆ ਸੀ। ਗੀਤਾਂਜਲੀ ਇਹਦੀ ਬੁੱਕ ਸੀਗੀ, ਇੱਕ ਗੀਤਾਂਜਲੀ ਰਵਿੰਦਰ ਨਾਥ ਟੈਗੋਰ ਦੀ। ਉਹ ਗੀਤਾਂਜਲੀ ਦੇ ਵਿੱਚੋਂ ਹੀ ਜਿਹੜਾ ਆਪਣਾ ਇਹ ਰਾਸ਼ਟਰੀ ਗਾਣਾ ਜਨ ਗਣ ਮਨ ਇਹ ਲਿਆ ਗਿਆ ਸੀ ਜੀ। 52 ਸੈਕਿੰਡ ਦੇ ਵਿੱਚ ਗਾਇਆ ਜਾਂਦਾ, ਇਹ ਗੱਲ ਯਾਦ ਰੱਖਿਓ। 56 ਨੰਬਰ ਦੇਖਦੇ ਹਾਂ ਜੀ, 1916 ਵਿੱਚ ਬਾਲ ਗੰਗਾਧਰ ਤਿਲਕ ਨੇ ਹੋਮ ਰੂਲ ਲੀਗ ਕਿਸ ਸ਼ਹਿਰ ਵਿੱਚ ਚਲਾਇਆ? ਪੂਨੇ ਦੇ ਵਿੱਚ ਚਲਾਇਆ ਜੀ ਇਹ। 1916 ਦੇ ਵਿੱਚ ਬਾਲ ਗੰਗਾਧਰ ਤਿਲਕ ਨੇ ਹੋਮ ਰੂਲ ਲੀਗ ਅੰਦੋਲਨ ਚਲਾਇਆ ਸੀ ਪੂਨੇ ਦੇ ਵਿੱਚ। 1916 ਵਿੱਚ ਹੋਮ ਰੂਲ ਲੀਗ ਮਦਰਾਸ ਵਿੱਚ ਕਿਸ ਨੇ ਚਲਾਇਆ? ਐਨੀ ਬਸੈਂਟ ਨੇ। ਮਤਲਬ ਇਹ ਦੋਨਾਂ ਨਾਲ ਜੁੜਦਾ, ਜਿਹੜਾ ਹੋਮ ਰੂਲ ਲੀਗ ਅੰਦੋਲਨ ਸੀ ਨਾ, ਹੋਮ ਰੂਲ ਲੀਗ ਸੀ ਜਿਹੜੀ, ਇਹ ਗੰਗਾਧਰ ਤਿਲਕ ਅਤੇ ਐਨੀ ਬਸੈਂਟ ਇਹਨਾਂ ਨਾਲ ਦੋਨਾਂ ਨਾਲ ਜੁੜਦਾ। 1916 ਦੇ ਵਿੱਚ ਹੀ ਪੂਨੇ 'ਚ ਸ਼ੁਰੂ ਕੀਤਾ ਸੀ ਇਹ। 58 ਦੇਖਦੇ ਹਾਂ ਜੀ, 58 ਨੰਬਰ, ਰੋਲਟ ਐਕਟ ਕਿਸ ਮਿਤੀ ਨੂੰ ਪਾਸ ਹੋਇਆ? 18 ਮਾਰਚ 1919 ਨੂੰ। ਸੋ ਰੋਲਟ ਐਕਟ ਪਾਸ ਹੋ ਗਿਆ ਸੀ ਜੀ 18 ਮਾਰਚ 1919 ਨੂੰ। ਰੋਲਟ ਐਕਟ ਦਾ ਕੀ ਮਤਲਬ ਸੀ? ਰੋਲਟ ਐਕਟ ਦਾ ਮਤਲਬ ਸੀਗਾ ਵੀ ਜਦੋਂ ਤੁਹਾਨੂੰ ਕਿਸੇ 'ਤੇ ਕੋਈ ਸ਼ੱਕ ਹੋ ਗਿਆ, ਤੁਸੀਂ ਕਿਸੇ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਹੋ, ਤੁਸੀਂ ਕੋਈ ਵੀ ਬਿਨਾਂ ਦਲੀਲ ਦਿੱਤੇ, ਕੋਈ ਬਿਨਾਂ ਅਪੀਲ ਸੁਣੇ, ਸ਼ੱਕ ਦੇ ਆਧਾਰ 'ਤੇ ਵੀ ਕਿਸੇ ਨੂੰ ਤੁਸੀਂ ਗ੍ਰਿਫਤਾਰ ਕਰ ਸਕਦੇ ਹੋ। ਇਹ ਐਕਟ ਪਾਸ ਹੋ ਗਿਆ ਸੀ। ਇਹਦਾ ਵਿਰੋਧ ਬਹੁਤ ਹੋਇਆ ਸੀ। ਜਵਾਹਰ ਲਾਲ ਨਹਿਰੂ ਨੇ ਇਹਨੂੰ ਕਿਹਾ ਸੀ ਵੀ ਨਾ ਅਪੀਲ ਨਾ ਦਲੀਲ ਦਾ ਇਹ ਕਾਨੂੰਨ ਬਣਾ ਦਿੱਤਾ ਗਿਆ। ਸੋ ਇਹਦੇ ਵਿਰੋਧ ਦੇ ਵਿੱਚ ਹੀ ਜਲ੍ਹਿਆਂਵਾਲੇ ਬਾਗ ਦਾ ਦੇਖੋ ਜਿਹੜਾ ਸਾਕਾ ਹੋਇਆ ਸੀ, ਇਹਦਾ ਵਿਰੋਧ ਹੋ ਰਿਹਾ ਸੀ। ਆਪਾਂ ਅੱਗੇ ਪੜ੍ਹਦੇ ਹਾਂ। 59 ਨੰਬਰ, ਜਲ੍ਹਿਆਂਵਾਲੇ ਬਾਗ ਸਾਕੇ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ? ਥਰੇਸਾ ਮੇ ਸੀ ਉਦੋਂ ਪ੍ਰਧਾਨ ਮੰਤਰੀ। ਜਲ੍ਹਿਆਂਵਾਲੇ ਬਾਗ ਸਾਕੇ ਸਮੇਂ ਪੰਜਾਬ ਦਾ ਗਵਰਨਰ ਕੌਣ ਸੀ? ਮਾਈਕਲ ਓਡਵਾਰ। ਇਹ ਕਿਉਂ ਹੋਇਆ ਸੀ? ਰੋਲਟ ਐਕਟ ਦਾ ਵਿਰੋਧ ਹੋ ਰਿਹਾ ਸੀ ਥਾਂ ਥਾਂ, ਮਤਲਬ ਜਿਹੜੇ ਜਲਸੇ ਹੋ ਰਹੇ ਸੀ। ਸਤਪਾਲ ਕਿਚਲੂ ਅਤੇ ਡਾਕਟਰ ਸੱਤਿਆਪਾਲ ਨੂੰ ਮਤਲਬ ਜਦੋਂ ਮਤਲਬ ਬਿਨਾਂ ਕਿਸੇ ਕਾਰਨ ਤੋਂ ਗ੍ਰਿਫਤਾਰ ਕਰ ਲਿਆ ਨਾ ਅੰਮ੍ਰਿਤਸਰ ਦੇ ਵਿੱਚ, ਤਾਂ ਲੋਕਾਂ ਨੇ ਵਿਰੋਧ ਕੀਤਾ। ਤਾਂ ਉਹ ਵਿਰੋਧ ਦੇ ਵਜੋਂ ਦੇਖੋ ਉੱਥੇ ਇੰਨਾ ਵੱਡਾ ਸਾਕਾ 1919 ਦੇ ਵਿੱਚ ਹੋ ਗਿਆ ਸੀ। 61 ਨੰਬਰ ਪ੍ਰਸ਼ਨ ਦੇਖਦੇ ਹਾਂ ਜੀ, ਨਾ ਮਿਲਵਰਤਨ ਅੰਦੋਲਨ ਕਦੋਂ ਅਤੇ ਕਿਸ ਨੇ ਚਲਾਇਆ? 1920 ਦੇ ਵਿੱਚ ਚਲਾਇਆ ਜੀ ਮਹਾਤਮਾ ਗਾਂਧੀ ਨੇ ਨਾ ਮਿਲਵਰਤਨ ਅੰਦੋਲਨ। ਚੌਰਾ ਚੌਰੀ ਦੀ ਘਟਨਾ ਕਿਸ ਮਿਤੀ ਨੂੰ ਹੋਈ? 5 ਫਰਵਰੀ 1922 ਨੂੰ ਹੋਈ। ਚੌਰਾ ਚੌਰੀ ਦੀ ਘਟਨਾ ਕੀ ਸੀ? ਜਦੋਂ ਨਾ ਮਿਲਵਰਤਨ ਅੰਦੋਲਨ ਚਲਾਇਆ ਹੋਇਆ ਸੀ ਤਾਂ ਚੌਰਾ ਚੌਰੀ ਦੇ ਪਿੰਡ ਦੇ ਸਥਾਨ 'ਤੇ ਨਾ ਬਹੁਤ ਸਾਰੇ ਲੋਕਾਂ ਨੇ ਇੱਕ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ ਸੀ, ਜਿਹਦੇ ਵਿੱਚ ਲਗਭਗ 22 ਪੁਲਿਸ ਵਾਲੇ ਜਿਹੜੇ ਹੈਗੇ ਸੀ ਉਹ ਜ਼ਖਮੀ ਹੋ ਗਏ ਸੀ। ਸੋ ਚੌਰਾ ਚੌਰੀ ਦੀ ਘਟਨਾ ਕਰਕੇ ਮਹਾਤਮਾ ਗਾਂਧੀ ਨੇ ਨਾ ਮਿਲਵਰਤਨ ਅੰਦੋਲਨ ਵਾਪਸ ਲੈ ਲਿਆ ਸੀ ਵੀ ਇਹ ਮਤਲਬ ਹਿੰਸਕ ਘਟਨਾਵਾਂ ਚੰਗੀ ਗੱਲ ਨਹੀਂ ਹੈਗੀ। ਫਿਰ ਜਦੋਂ ਨਾ ਮਿਲਵਰਤਨ ਅੰਦੋਲਨ ਲੈ ਲਿਆ ਤਾਂ ਇਹਦੇ ਵਿੱਚ ਸੀਗੇ ਜਿਹੜੇ ਇਹ ਸੀਗੇ ਨਹਿਰੂ ਹੋਰੀ ਸੀਗੇ, ਇੱਕ ਜਵਾਹਰ ਲਾਲ ਨਹਿਰੂ ਦੇ ਪਿਤਾ ਜੀ ਸੀ, ਅਤੇ ਇੱਕ ਮੇਰੇ ਧਿਆਨ 'ਚ ਨਹੀਂ ਆ ਰਿਹਾ ਨਾਂ, ਆਪਾਂ ਉਹ ਤੁਹਾਨੂੰ ਦੱਸਾਂਗੇ। ਉਹਨਾਂ ਨੇ ਮਤਲਬ ਸਵਰਾਜ ਪਾਰਟੀ ਦੀ ਸਥਾਪਨਾ ਕਰ ਲਈ। CR ਦਾਸ, ਮੋਤੀ ਲਾਲ ਨਹਿਰੂ। ਆਪਾਂ 64 ਨੰਬਰ ਪ੍ਰਸ਼ਨ 'ਚ ਪੜ੍ਹਾਂਗੇ, ਅੱਗੇ ਜਾ ਕੇ ਪੜ੍ਹਦੇ ਹਾਂ। 63 ਨੰਬਰ ਪੜ੍ਹ ਲਈਏ, ਭਾਰਤੀ ਰਾਸ਼ਟਰੀ ਕਾਂਗਰਸ ਦੋ ਫਾੜ ਕਦੋਂ ਹੋਈ? 1907 ਦੇ ਵਿੱਚ। ਸੂਰਤ ਸੰਮੇਲਨ ਦੇ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦਫਾੜ ਹੋ ਗਈ। 64 ਨੰਬਰ ਦੇਖਦੇ ਹਾਂ, ਉਹ ਪ੍ਰਸ਼ਨ ਆ ਗਿਆ ਜਿਹੜਾ ਆਪਣਾ ਅਧੂਰਾ ਸੀਗਾ। ਸਵਰਾਜ ਪਾਰਟੀ ਦੀ ਸਥਾਪਨਾ ਕਿਸੇ ਨੇ? CR ਦਾਸ ਅਤੇ ਮੋਤੀ ਲਾਲ ਨਹਿਰੂ। ਜਵਾਹਰ ਲਾਲ ਨਹਿਰੂ ਦੇ ਪਿਤਾ ਜੀ ਮੋਤੀ ਲਾਲ ਨਹਿਰੂ ਅਤੇ CR ਦਾਸ।
ਸੋ ਇਹਨਾਂ ਬੰਦਿਆਂ ਨੇ ਨਾ ਜਦੋਂ ਨਾ ਮਿਲਵਰਤਨ ਅੰਦੋਲਨ 5 ਫਰਵਰੀ 1922 ਨੂੰ ਜਦੋਂ ਮਹਾਤਮਾ ਗਾਂਧੀ ਨੇ ਐਲਾਨ ਕਰਤਾ ਵੀ ਆਪਾਂ ਇਹ ਅੰਦੋਲਨ ਵਾਪਸ ਲੈਂਦੇ ਹਾਂ, ਚੌਰਾ ਚੌਰੀ ਵਾਲੀ ਘਟਨਾ ਵਧੀਆ ਗੱਲ ਨਹੀਂ ਹੈਗੀ, ਤਾਂ ਫਿਰ CR ਦਾਸ ਤੇ ਮੋਤੀ ਲਾਲ ਨਹਿਰੂ ਨੇ ਗੁੱਸੇ 'ਚ ਆ ਕੇ ਇੱਕ ਸਵਰਾਜ ਪਾਰਟੀ ਦੀ ਸਥਾਪਨਾ ਕਰ ਲਈ। ਇਹ ਕਰੀ ਸੀ ਫਿਰ ਇਹ 1923 ਦੇ ਵਿੱਚ ਜਾ ਕੇ ਮਤਲਬ ਵਧੀਆ ਤਰੀਕੇ ਨਾਲ ਇਹਦੀ ਸਥਾਪਨਾ ਕੀਤੀ। ਇਹ ਅੱਡ 1922 'ਚ ਹੋ ਗਈ ਸੀ। ਸੋ ਅੱਗੇ ਦੇਖਦੇ ਹਾਂ ਜੀ ਆਪਾਂ ਜਿਹੜਾ ਆਪਾਂ 63 ਨੰਬਰ ਪੜ੍ਹਿਆ, ਇਹ ਵੀ ਵੈਰੀ ਇੰਪੋਰਟੈਂਟ ਆ, ਇਹਨੂੰ ਤੁਸੀਂ ਦੁਬਾਰੇ ਨੋਟ ਕਰ ਲਓ। 1907 ਦੇ ਵਿੱਚ ਕਾਂਗਰਸ ਦਫਾੜ ਹੋ ਗਈ ਸੀ, ਸੂਰਤ ਸੰਮੇਲਨ ਚੱਲ ਰਿਹਾ ਸੀ ਜਿੱਥੇ ਇਹ ਦਫਾੜ ਹੋ ਗਈ ਸੀ। 65 ਨੰਬਰ ਦੇਖਦੇ ਹਾਂ ਜੀ, ਸਵਰਾਜ ਪਾਰਟੀ ਦਾ ਸਕੱਤਰ ਸੈਕਟਰੀ ਕੌਣ ਸੀ? ਮੋਤੀ ਲਾਲ ਨਹਿਰੂ ਸੀ। ਮੋਤੀ ਲਾਲ ਨਹਿਰੂ ਜਵਾਹਰ ਲਾਲ ਨਹਿਰੂ ਦੇ ਪਿਤਾ ਜੀ। ਹੂ ਇਜ਼ ਕਾਲਡ ਦੇਸ਼ ਬੰਧੂ, ਮਤਲਬ ਦੇਸ਼ ਬੰਧੂ ਕਿਹਨੂੰ ਬੁਲਾਇਆ ਜਾਂਦਾ, ਕਿਹਨੂੰ ਕਿਹਾ ਜਾਂਦਾ ਦੇਸ਼ ਬੰਧੂ? CR ਚਿਤਰੰਜਨ ਦਾਸ, CR ਦਾਸ ਨੂੰ ਚਿਤਰੰਜਨ ਦਾਸ ਬੋਲਿਆ ਜਾਂਦਾ ਹੈ, ਇਹਨੂੰ ਦੇਸ਼ ਬੰਧੂ ਕਿਹਾ ਜਾਂਦਾ ਹੈਗਾ। ਸਵਰਾਜ ਪਾਰਟੀ ਦੀ ਸਥਾਪਨਾ ਕਿਉਂ ਹੋਈ ਆ? ਪ੍ਰਸ਼ਨ ਉੱਥੇ ਹੀ ਜੁੜਦਾ ਹੋਊਗਾ, ਆਪਾਂ ਇਹਨੂੰ ਸਾਰਾ ਪੜ੍ਹਦੇ ਹਾਂ 67 ਨੰਬਰ ਨੂੰ। 67 ਨੰਬਰ ਸਵਰਾਜ ਪਾਰਟੀ ਦੀ ਸਥਾਪਨਾ ਕਿਉਂ ਹੋਈ ਸੀ? ਚੌਰਾ ਚੌਰੀ ਦੀ ਘਟਨਾ ਉਪਰੰਤ ਮਹਾਤਮਾ ਗਾਂਧੀ ਦੁਆਰਾ ਨਾ ਮਿਲਵਰਤਨ ਅੰਦੋਲਨ ਵਾਪਸ ਲੈਣ ਦੇ ਫੈਸਲੇ ਤੋਂ ਨਾ ਖੁਸ਼ ਹੋਣ ਕਰਕੇ। ਦੇਖੋ ਉਸੇ ਤਰ੍ਹਾਂ ਗੱਲ ਬਣ ਗਈ। 67 ਨੰਬਰ ਪ੍ਰਸ਼ਨ, ਜਦੋਂ ਚੌਰਾ ਚੌਰੀ ਦੀ ਘਟਨਾ ਵਾਪਰ ਗਈ, ਮਹਾਤਮਾ ਗਾਂਧੀ ਨੇ ਨਾ ਮਿਲਵਰਤਨ ਅੰਦੋਲਨ ਵਾਪਸ ਲੈ ਲਿਆ, ਤਾਂ ਉਹ ਤੋਂ ਵੀ ਇਹ ਵਾਪਸ ਕਿਉਂ ਲਿਆ? ਵੀ ਸਿਰੇ 'ਤੇ ਆ ਰਹੇ ਸੀ ਸੰਘਰਸ਼ ਨਾ, ਮਤਲਬ ਇੰਨਾ ਲੋਕਾਂ ਦਾ ਹਜੂਮ ਇਕੱਠਾ ਹੋ ਰਿਹਾ ਸੀ, ਲੋਕ ਆਪਣੇ ਨਾਲ ਜੁੜੇ ਹੋਏ ਸੀ। ਵੀ ਆਪਾਂ ਕਈ ਵਾਰ ਆਪਾਂ ਵੀ ਲੋਕ ਕਹਿ ਦਿੰਦੇ ਹਾਂ ਵੀ ਯਾਰ ਗਾਂਧੀ ਬੜਾ ਬੰਦਾ ਸੀਗਾ, ਵੀ ਹਰੇਕ ਅੰਦੋਲਨ ਨੂੰ ਨਾ ਐਂਡ ਜੇ 'ਤੇ ਜਾ ਕੇ ਵਾਪਸ ਲੈ ਲੈਂਦਾ ਸੀ। ਚਲੋ ਉਹ ਆਪਦੀ ਸਿਆਣਪ ਨਾਲ ਚੱਲਦਾ ਸੀ, ਉਹ ਹਿੰਸਕ ਘਟਨਾਵਾਂ ਤੋਂ ਪਿੱਛੇ ਰਹਿੰਦਾ ਸੀਗਾ। ਸੋ ਇਸੇ ਕਰਕੇ ਫਿਰ ਜਿਹੜੀ ਹੈਗੀ ਸੀ ਸਵਰਾਜ ਪਾਰਟੀ ਦੀ ਸਥਾਪਨਾ ਹੋਈ। 68 ਨੰਬਰ ਪ੍ਰਸ਼ਨ ਦੇਖਦੇ ਹਾਂ, ਸਾਈਮਨ ਕਮਿਸ਼ਨ ਭਾਰਤ ਕਦੋਂ ਆਇਆ? 1928 ਦੇ ਵਿੱਚ। ਕਈ ਵਾਰ ਪ੍ਰਸ਼ਨ ਐ ਪੁੱਛ ਲਿਆ ਜਾਂਦਾ ਵੀ ਸਾਈਮਨ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ? ਇਹ 1927 ਦੇ ਵਿੱਚ ਹੋਈ, ਲੰਡਨ ਦੇ ਵਿੱਚ ਸਥਾਪਨਾ ਹੋਈ। ਜਦੋਂ ਇਹ ਆਇਆ ਇੱਥੇ ਭਾਰਤ ਦੇ ਵਿੱਚ 1928 'ਚ ਪਹੁੰਚਿਆ, ਬੰਬੇ ਦੇ ਵਿੱਚ ਪਹਿਲੀ ਵਾਰ। ਕਿੰਨੇ ਮੈਂਬਰ ਸੀ ਇਹਦੇ? 7। 69 ਨੰਬਰ ਪ੍ਰਸ਼ਨ ਆ ਗਿਆ, ਸਾਈਮਨ ਕਮਿਸ਼ਨ ਵਿੱਚ ਕੁੱਲ ਕਿੰਨੇ ਮੈਂਬਰ ਸੀ? 7 ਸੀਗੇ। ਇਹਨੂੰ ਵਾਈਟ ਕਮਿਸ਼ਨ ਵੀ ਬੋਲਿਆ ਜਾਂਦਾ ਸੀ, ਕਿਉਂਕਿ ਜਿਹੜੇ 7 ਮੈਂਬਰ ਸੀ ਨਾ, ਇਹ ਸਾਰੇ ਦੇ ਸਾਰੇ ਅੰਗਰੇਜ਼ ਅਧਿਕਾਰੀ ਸੀ। 70 ਨੰਬਰ ਪ੍ਰਸ਼ਨ ਜੀ, ਸਾਈਮਨ ਕਮਿਸ਼ਨ ਵਿੱਚ ਕਿੰਨੇ ਭਾਰਤੀ ਮੈਂਬਰ ਸੀ? ਕੋਈ ਵੀ ਨਹੀਂ ਸੀ। 71 ਨੰਬਰ, ਮੋਤੀ ਲਾਲ ਨਹਿਰੂ ਰਿਪੋਰਟ ਕਦੋਂ ਆਈ? ਮੋਤੀ ਲਾਲ ਨਹਿਰੂ ਰਿਪੋਰਟ ਆਈ ਜੀ ਅਗਸਤ 1928 ਦੇ ਵਿੱਚ। ਬਹੁਤ ਵਾਰ ਪ੍ਰਸ਼ਨ ਪੁੱਛਿਆ ਗਿਆ 71 ਨੰਬਰ, ਪੁੱਛ ਲਿਆ ਜਾਂਦਾ ਵੀ ਮੋਤੀ ਲਾਲ ਨਹਿਰੂ ਰਿਪੋਰਟ ਕਦੋਂ? ਨਹਿਰੂ ਰਿਪੋਰਟ ਹੀ ਪੁੱਛ ਲਿਆ, ਮੋਤੀ ਲਾਲ ਕਈ ਵਾਰ ਲਿਖਿਆ ਨਹੀਂ ਹੁੰਦਾ। ਨਹਿਰੂ ਰਿਪੋਰਟ ਕਦੋਂ ਪੇਸ਼ ਕੀਤੀ ਗਈ? ਅਗਸਤ 1928 'ਚ। ਜਵਾਹਰ ਲਾਲ ਨਹਿਰੂ ਕਾਂਗਰਸ ਪਾਰਟੀ ਦੇ ਪ੍ਰਧਾਨ ਕਦੋਂ ਬਣੇ ਜੀ? 1929 ਦੇ ਵਿੱਚ ਜਵਾਹਰ ਲਾਲ ਨਹਿਰੂ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਸੀਗੇ। ਉਦੋਂ ਇਹਨਾਂ ਨੇ ਮਤਲਬ ਪੂਰਨ ਸਵਰਾਜ ਦਾ ਜਿਹੜਾ ਮਤਾ ਪਾਸ ਕੀਤਾ ਸੀ। ਆਪਾਂ ਅੱਗੇ ਪੜ੍ਹਦੇ ਹਾਂ, ਇਹ ਗੱਲਾਂ ਆਉਣਗੀਆਂ। 73 ਨੰਬਰ ਪੜ੍ਹਦੇ ਹਾਂ, ਪਹਿਲੀ ਵਾਰ ਭਾਰਤ ਦਾ ਸੁਤੰਤਰ ਦਿਵਸ ਕਦੋਂ ਮਨਾਉਣ ਦੀ ਘੋਸ਼ਣਾ ਕੀਤੀ ਗਈ? 26 ਜਨਵਰੀ 1929 ਨੂੰ। ਜਦੋਂ ਇਹ 1929 ਨੂੰ ਕਾਂਗਰਸ ਦਾ ਪ੍ਰਧਾਨ ਨਹਿਰੂ ਬਣਿਆ, ਤਾਂ ਉਦੋਂ ਇਹਨਾਂ ਨੇ ਪੂਰਨ ਸਵਰਾਜ ਦਾ ਮਤਾ ਪਾਸ ਕਰ ਦਿੱਤਾ ਗਿਆ ਸੀ। ਪੂਰਨ ਸਵਰਾਜ ਦਾ ਮਤਾ ਪਾਸ ਕਰਕੇ ਮਤਲਬ ਇਹਨਾਂ ਨੇ ਕਹਿ ਦਿੱਤਾ ਸੀ ਸਿੱਧੇ ਗੱਲ ਵੀ ਸਾਨੂੰ ਹੁਣ ਪੂਰਾ ਸਵਰਾਜ ਚਾਹੀਦਾ, ਪੂਰਨ ਆਜ਼ਾਦੀ ਚਾਹੀਦੀ ਹੈ। ਜਿਵੇਂ ਨਾ ਆਪਾਂ ਗੱਲ ਜੋੜਦੇ ਹਾਂ ਵੀ ਜਿਵੇਂ ਹੁਣ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਦਿੱਲੀ, ਕਹਿੰਦੇ ਮੋਦੀ ਸਰਕਾਰ ਇਹ ਗੱਲ ਕਹਿ ਦਿੰਦੀ ਆ ਵੀ ਕੋਈ ਗੱਲ ਨਹੀਂ, ਤੁਹਾਡੀਆਂ ਜਿਹੜੀਆਂ ਸੋਧਾਂ ਅਸੀਂ ਕਰ ਦਿੰਦੇ ਹਾਂ, ਵੀ ਕਾਨੂੰਨ ਵਾਪਸ ਨਹੀਂ ਲੈਂਦੇ, ਕਾਨੂੰਨ ਰਹਿਣ ਦਿਓ, ਸੋਧਾਂ ਜੋ ਮਰਜ਼ੀ ਕਰਾ ਲਿਓ। ਪਰ ਆਪਣੇ ਵਾਲੇ ਜਿਹੜੇ ਲੀਡਰ ਨੇ, ਕਿਸਾਨ ਜਥੇਬੰਦੀਆਂ ਨੇ, ਇਹ ਕਹਿੰਦੇ ਵੀ ਸਾਨੂੰ ਤਾਂ ਪੂਰਨ ਬਾਈਕਾਟ ਚਾਹੀਦਾ ਕਿ ਨਾ ਇਸ ਇਸ ਬਿੱਲ ਦਾ। ਇਹ ਬਿੱਲ ਅਸੀਂ ਪੂਰਨ ਰੂਪ 'ਚ ਖ਼ਤਮ ਕਰਨਾ, ਅਸੀਂ ਸੋਧ ਨਹੀਂ ਕਰਾਉਣੀ। ਉਦੋਂ ਵੀ ਇਹੀ ਗੱਲ ਹੁੰਦੀ ਸੀ। ਉਦੋਂ ਅੰਗਰੇਜ਼ ਕਹਿੰਦੇ ਹੁੰਦੇ ਸੀ ਵੀ ਤੁਸੀਂ ਕੋਈ ਸੈਟਿੰਗ ਕਰਵਾ ਲਓ, ਭਾਰਤੀਆਂ ਨੂੰ ਅਸੀਂ ਦਰਜੇ ਦੇ ਦਿੰਦੇ ਹਾਂ, ਚੰਗੇ ਦਰਜੇ ਦੇ ਦਿੰਦੇ ਹਾਂ, ਸਹੂਲਤਾਂ ਦੇ ਦਿੰਦੇ ਹਾਂ, ਤੁਹਾਡੇ ਲਈ ਕਾਨੂੰਨ ਬਣਾ ਦਿੰਦੇ ਹਾਂ ਚੰਗੇ, ਵੀ ਤੁਸੀਂ ਪੂਰਨ ਆਜ਼ਾਦੀ ਦੀ ਗੱਲ ਨਾ ਕਰੋ। ਤਾਂ ਇੰਡੀਅਨ ਨੈਸ਼ਨਲ ਕਾਂਗਰਸ ਨੇ 1929 ਦੇ ਵਿੱਚ ਫਿਰ ਪੂਰਨ ਸਵਰਾਜ ਦਾ ਮਤਾ ਹੀ ਪਾਤਾ ਸੀ। ਅਤੇ ਇਹਨਾਂ ਨੇ ਇੱਕ ਡੇਟ ਰੱਖਤੀ ਸੀ 26 ਜਨਵਰੀ 1929। ਵੈਰੀ ਇੰਪੋਰਟੈਂਟ ਹੈ, ਧਿਆਨ 'ਚ ਰੱਖਿਓ। 26 ਜਨਵਰੀ 1929 ਇਹ ਡੇਟ ਨੂੰ ਇਹਨਾਂ ਨੇ ਨਾ ਅਨਾਉਂਸ ਕਰਤਾ ਸੀ ਪਹਿਲਾਂ ਹੀ ਵੀ ਜਿਸ ਦਿਨ ਆਹ ਡੇਟ ਆਊਗੀ ਉਸ ਦਿਨ ਅਸੀਂ ਪੂਰਨ ਸਵਰਾਜ ਜਾਂ ਸੁਤੰਤਰਤਾ ਦਿਵਸ ਮਨਾਵਾਂਗੇ। ਇਸੇ ਡੇਟ ਕਰਕੇ ਸੰਵਿਧਾਨ ਲਾਗੂ ਹੋਇਆ 26 ਜਨਵਰੀ 1950 ਨੂੰ। ਸੋ ਅੱਗੇ ਦੇਖਦੇ ਆਪਾਂ 74 ਨੰਬਰ, ਸਿਵਲ ਨਾਫਰਮਾਨੀ ਲਹਿਰ ਕਦੋਂ ਅਤੇ ਕਿਸ ਨੇ ਚਲਾਈ? ਮਹਾਤਮਾ ਗਾਂਧੀ ਨੇ 1930 ਦੇ ਵਿੱਚ ਚਲਾਈ ਸੀ ਜੀ। ਸਿਵਲ ਨਾਫਰਮਾਨੀ ਲਹਿਰ ਮਹਾਤਮਾ ਗਾਂਧੀ ਨੇ 1930 ਦੇ ਵਿੱਚ ਚਲਾਈ। 75 ਨੰਬਰ ਪ੍ਰਸ਼ਨ ਜੀ, ਡਾਂਡੀ ਮਾਰਚ ਸਾਬਰਮਤੀ ਆਸ਼ਰਮ ਤੋਂ ਸ਼ੁਰੂ ਹੋ ਕੇ ਗੁਜਰਾਤ ਦੇ ਕਿਸ ਪਿੰਡ 'ਚ ਜਾ ਕੇ ਖਤਮ ਹੋਇਆ?
ਸੋ ਡਾਂਡੀ ਦੇ ਵਿੱਚ ਖਤਮ ਹੋਇਆ ਜੀ। ਗੁਜਰਾਤ ਦਾ ਪਿੰਡ ਹੈ ਡਾਂਡੀ। ਇਹਦਾ ਨਾਂ ਹੀ ਇੱਥੋਂ ਪਿਆ ਫਿਰ ਡਾਂਡੀ ਮਾਰਚ, ਕਿਉਂਕਿ ਗੁਜਰਾਤ ਤੋਂ ਇਹਨਾਂ ਨੇ ਸ਼ੁਰੂ ਕੀਤੀ ਸੀ। ਡਾਂਡੀ ਦੇ ਵਿੱਚ ਜਾ ਕੇ ਇਹਨਾਂ ਨੇ ਸਮੁੰਦਰ ਦੇ ਕੰਢੇ ਉੱਥੇ ਕਾਨੂੰਨ ਬਣਾ ਕੇ, ਮਤਲਬ ਉਹਦਾ ਕਾਨੂੰਨ ਨਮਕ ਬਣਾ ਕੇ, ਕਾਨੂੰਨ ਤੋੜਿਆ ਸੀਗਾ ਨਮਕ ਬਣਾ ਕੇ। ਸੋ ਡਾਂਡੀ ਮਾਰਚ ਯਾਤਰਾ ਇਹ ਸਾਬਰਮਤੀ ਤੋਂ ਸ਼ੁਰੂ ਹੋਈ ਸੀ, ਗੁਜਰਾਤ ਦੇ ਪਿੰਡ ਡਾਂਡੀ ਦੇ ਵਿੱਚ ਜਾ ਕੇ ਖ਼ਤਮ ਹੋਈ ਸੀ, ਅਤੇ ਉੱਥੇ ਨਮਕ ਬਣਾਇਆ। ਮਹਾਤਮਾ ਗਾਂਧੀ ਅਤੇ ਉਹਦੇ ਨਾਲ ਸੀਗੇ ਸਰੋਜਨੀ ਨਾਇਡੂ ਵਗੈਰੇ ਹੋਰ ਜਿਹੜੇ ਸਾਥੀ ਸੀਗੇ, ਇਹਨਾਂ ਦੇ ਨਾਲ ਕਾਨੂੰਨ ਤੋੜਨ ਦੀ ਸ਼ੁਰੂਆਤ ਕੀਤੀ ਸੀ। ਅਗਲਾ 76 ਨੰਬਰ ਦੇਖਦੇ ਹਾਂ ਜੀ। ਪਹਿਲੀ ਗੋਲਮੇਜ਼ ਕਾਨਫਰੰਸ ਕਦੋਂ ਅਤੇ ਕਿੱਥੇ ਹੋਈ? 1930 ਦੇ ਵਿੱਚ ਹੋਈ, ਲੰਡਨ ਦੇ ਵਿੱਚ ਪਹਿਲੀ ਗੋਲਮੇਜ਼ ਕਾਨਫਰੰਸ। ਸੋ ਦੋਸਤੋ, ਜੇਕਰ ਤੁਹਾਨੂੰ ਨਾ ਲੱਗ ਰਿਹਾ ਵੀ ਸਾਡੇ ਵੀਡੀਓ ਜਿਹੜਾ ਲੈਕਚਰ ਹੈ ਕੰਮ ਦਾ ਹੈਗਾ, ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਪਹਿਲੀ ਵਾਰ ਤੁਹਾਨੂੰ ਇਹ ਆਪਾਂ ਵਧੀਆ ਤਰੀਕੇ ਨਾਲ ਕਹਿ ਰਹੇ ਹਾਂ ਵੀ ਲਾਈਕ ਜ਼ਰੂਰ ਕਰਨਾ ਅਤੇ ਸ਼ੇਅਰ ਜ਼ਰੂਰ ਕਰਨਾ। ਸਾਰਿਆਂ ਨੇ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕਰਨਾ ਵੀਡੀਓ ਨੂੰ ਜ਼ਰੂਰ। ਵੈਸੇ ਦੇਖੋ ਗਰੁੱਪਾਂ 'ਚ ਤਾਂ ਤੁਸੀਂ ਸ਼ੇਅਰ ਕਰਦੇ ਹੋ, ਇਸ ਲੈਕਚਰ ਨੂੰ ਆਪਣੀ ਫੇਸਬੁੱਕ ਆਈਡੀ 'ਤੇ ਜ਼ਰੂਰ ਸ਼ੇਅਰ ਕਰਿਓ, ਹੋਰ ਦੋਸਤਾਂ ਮਿੱਤਰਾਂ ਤੱਕ ਪਹੁੰਚਾਇਓ। ਜਿਹੜੇ ਵੀ ਸਾਥੀ ਨੇ ਆਪਣਾ ਇਹ ਜਿਹੜਾ ਆਪਣਾ ਚੈਨਲ ਹੈ ਉਹ ਸਬਸਕ੍ਰਾਈਬ ਨਹੀਂ ਕਰਿਆ, ਪਲੀਜ਼ ਅੱਜ ਦੀ ਇਹ ਸਾਡੀ ਮਿਹਨਤ ਦੇਖ ਕੇ ਸਬਸਕ੍ਰਾਈਬ ਜ਼ਰੂਰ ਕਰਿਓ। ਤੁਸੀਂ ਇੱਕ ਬਟਨ ਦਬਾਉਣਾ, ਤੁਹਾਡੇ ਬਟਨ ਨਾਲ ਸਾਡਾ ਜਿਹੜਾ ਹੈ ਹੌਸਲਾ ਵੱਧ ਜਾਂਦਾ। ਸੋ ਆਪਾਂ ਅੱਗੇ ਦੇਖਦੇ ਹਾਂ। 76 ਨੰਬਰ ਦੁਬਾਰੇ ਪੜ੍ਹਦੇ ਹਾਂ। ਪਹਿਲੀ ਗੋਲਮੇਜ਼ ਕਾਨਫਰੰਸ ਕਦੋਂ ਅਤੇ ਕਿੱਥੇ ਹੋਈ? 1930 ਦੇ ਵਿੱਚ ਲੰਡਨ ਦੇ ਵਿੱਚ ਹੋਈ, ਪਹਿਲੀ ਹੋਈ ਜੀ। ਇਹ ਕਿੰਨੀਆਂ ਹੋਈਆਂ ਸੀ? 3 ਗੋਲਮੇਜ਼ ਕਾਨਫਰੰਸਾਂ ਹੋਈਆਂ ਸੀ। ਮਤਲਬ ਗੋਲ ਮੇਜ਼ ਹੈ ਇੱਕ ਤਰ੍ਹਾਂ, ਗੋਲ ਮੇਜ਼ ਤੋਂ ਆਪਾਂ ਹੀ ਸਮਝਦੇ ਹਾਂ ਵੀ ਗੋਲ ਮੇਜ਼ ਦੇ ਆਲੇ ਦੁਆਲੇ ਬੈਠ ਕੇ ਕਾਨਫਰੰਸ ਹੋਈ, ਲੰਡਨ ਦੇ ਵਿੱਚ ਹੋਈਆਂ ਸੀ ਜੀ। ਇਹ ਪੈਲਸ ਸੀ ਕੋਈ ਲੰਡਨ ਦੇ ਵਿੱਚ। ਆਪਾਂ ਅੱਗੇ ਪੜ੍ਹਦੇ ਹਾਂ, ਇਹਨੂੰ ਆਊਗਾ। 77 ਨੰਬਰ ਲਾਰਡ ਇਰਵਿਨ ਗਾਂਧੀ ਸਮਝੌਤਾ ਦਿੱਲੀ ਐਕਟ ਕਦੋਂ ਪਾਸ ਹੋਇਆ? ਸੋ 5 ਮਾਰਚ 1931 ਦੇ ਵਿੱਚ। ਇਹ ਪ੍ਰਸ਼ਨ ਆਉਂਦਾ ਹੀ ਹੁੰਦਾ ਪੇਪਰ ਦੇ ਵਿੱਚ। ਜਿਹੜਾ ਪਿੱਛੇ ਇਦੋਂ ਪਹਿਲਾਂ ਟੈਟ ਹੋ ਕੇ ਹਟਿਆ, ਪਹਿਲਾਂ ਟੈਟ ਹੋਇਆ 2 ਸਾਲ ਪਹਿਲਾਂ, ਉਹਦੇ ਵਿੱਚ ਇਹ ਪ੍ਰਸ਼ਨ ਪੁੱਛਿਆ ਗਿਆ ਸੀ। ਲਾਰਡ ਇਰਵਿਨ ਗਾਂਧੀ ਸਮਝੌਤਾ 5 ਮਾਰਚ 1931 ਨੂੰ। ਦੂਜੀ ਗੋਲਮੇਜ਼ ਕਾਨਫਰੰਸ ਕਦੋਂ ਅਤੇ ਕਿੱਥੇ ਹੋਈ? 7 ਸਤੰਬਰ 1931 ਨੂੰ ਲੰਡਨ ਦੇ ਵਿੱਚ ਹੋਈ ਦੂਜੀ ਗੋਲਮੇਜ਼ ਕਾਨਫਰੰਸ ਤੋਂ ਬਾਅਦ ਇੰਗਲੈਂਡ ਦੇ ਕਿਸ ਪ੍ਰਧਾਨ ਮੰਤਰੀ ਨੇ ਕਮਿਊਨਲ ਅਵਾਰਡ ਦੇਣਾ ਸ਼ੁਰੂ ਕੀਤਾ? ਰਮਸੇ ਮੈਕਡਾਨਲਡ, ਇਹਨੇ ਇਹ ਸ਼ੁਰੂ ਕੀਤਾ ਸੀ ਜੀ। 80 ਨੰਬਰ ਪ੍ਰਸ਼ਨ ਦੇਖਦੇ ਹਾਂ ਜੀ। ਕਿਹੜੇ ਭਾਰਤੀ ਨੂੰ ਪਹਿਲੇ ਕਮਿਊਨਲ ਅਵਾਰਡ ਲਈ ਚੁਣਿਆ ਗਿਆ? BR ਅੰਬੇਦਕਰ ਨੂੰ, ਡਾਕਟਰ BR ਅੰਬੇਦਕਰ ਨੂੰ ਮਤਲਬ ਪਹਿਲੇ ਇਸ ਅਵਾਰਡ ਲਈ ਚੁਣਿਆ ਗਿਆ ਸੀ। ਇੱਕ ਗੱਲ ਨੂੰ ਯਾਦ ਰੱਖਿਓ, BR ਅੰਬੇਦਕਰ ਅਜਿਹੇ ਇਨਸਾਨ ਸੀ ਜਿਹੜੇ 3 ਗੋਲਮੇਜ਼ ਕਾਨਫਰੰਸਾਂ ਦੇ ਵਿੱਚ ਭਾਗ ਲਿਆ ਸੀ, ਜਿਨ੍ਹਾਂ ਨੇ ਇੱਕ ਤਾਂ ਇਹਨਾਂ ਨੇ, ਇੱਕ ਆਪਣਾ ਸੀਗਾ ਜਿਹੜਾ ਪਾਕਿਸਤਾਨ ਦੀ ਮੰਗ ਕਰਦਾ ਸੀ ਜਿਹੜਾ, ਸੋ ਉਹਨਾਂ ਨੇ ਇਹ ਮੇਰੇ ਨਾਂ ਉਹਦਾ ਧਿਆਨ 'ਚ ਨਹੀਂ ਹੈਗਾ, ਆਪਾਂ ਅੱਗੇ ਪੜ੍ਹਾਂਗੇ ਉਹ ਆਊਗਾ। ਇਹ 3 ਗੋਲਮੇਜ਼ ਕਾਨਫਰੰਸਾਂ ਦੇ ਵਿੱਚ ਸ਼ਾਮਲ ਹੋਏ ਸੀਗੇ। ਸੋ ਪੂਨਾ ਪੈਕਟ ਸਮਝੌਤਾ ਕਦੋਂ ਅਤੇ ਕਿਸ ਵਿਚਕਾਰ ਹੋਇਆ? 81 ਨੰਬਰ ਪ੍ਰਸ਼ਨ ਪੜ੍ਹਦੇ ਹਾਂ। BR ਅੰਬੇਦਕਰ ਅਤੇ ਮਹਾਤਮਾ ਗਾਂਧੀ ਦੇ ਵਿਚਕਾਰ ਹੋਇਆ ਪੂਨਾ ਪੈਕਟ। ਇਹ 2 ਪ੍ਰਸ਼ਨ ਵੈਰੀ ਇੰਪੋਰਟੈਂਟ ਨੇ ਵੀ ਗਾਂਧੀ ਇਰਵਿਨ ਸਮਝੌਤਾ ਕਦੋਂ ਹੋਇਆ? ਗਾਂਧੀ ਇਰਵਿਨ ਸਮਝੌਤਾ ਹੋਇਆ 1931 ਦੇ ਵਿੱਚ। ਪੂਨਾ ਪੈਕਟ ਸਮਝੌਤਾ ਕਦੋਂ ਹੋਇਆ ਜੀ? ਕਿਹਦੇ ਵਿਚਕਾਰ ਹੋਇਆ? BR ਅੰਬੇਦਕਰ ਅਤੇ ਮਹਾਤਮਾ ਗਾਂਧੀ ਦੇ। ਸੋ ਕ੍ਰਿਪਸ ਮਿਸ਼ਨ ਕਦੋਂ ਭਾਰਤ ਆਇਆ? ਮਾਰਚ 1942 ਦੇ ਵਿੱਚ। ਕ੍ਰਿਪਸ ਮਿਸ਼ਨ ਮਾਰਚ 1942 ਦੇ ਵਿੱਚ ਭਾਰਤ ਆਇਆ ਜੀ। ਅੱਗੇ ਪੜ੍ਹਦੇ ਹਾਂ ਜੀ ਆਪਾਂ। 83 ਨੰਬਰ ਕ੍ਰਿਪਸ ਮਿਸ਼ਨ ਕਿਉਂ ਬਣਾਇਆ ਗਿਆ ਸੀ? ਪਹਿਲਾ ਪ੍ਰਸ਼ਨ ਤਾਂ ਇੱਥੇ ਕਵਰ ਹੋ ਗਿਆ ਵੀ ਕ੍ਰਿਪਸ ਮਿਸ਼ਨ ਭਾਰਤ ਕਦੋਂ ਆਇਆ? 1942 'ਚ ਆਇਆ, ਮਾਰਚ 'ਚ। ਕਿਉਂ ਬਣਾਇਆ ਗਿਆ ਸੀ ਜੀ? ਦੂਜੀ ਸੰਸਾਰ ਜੰਗ ਚੱਲ ਪਈ ਸੀ, ਦੇਖੋ 39 ਦੇ ਵਿੱਚ। 1939 ਤੋਂ 45 ਸਾਲ, 6 ਸਾਲ ਚੱਲੀ ਇਹ ਦੂਜਾ ਵਿਸ਼ਵ ਯੁੱਧ 6 ਸਾਲ ਚੱਲਿਆ, 1939 ਤੋਂ 45 ਤੱਕ। ਕ੍ਰਿਪਸ ਮਿਸ਼ਨ ਬਣਾਇਆ 1942 ਦੇ ਵਿੱਚ, ਉਦੋਂ ਹੀ ਇਹ ਭਾਰਤ ਆਇਆ। ਮਤਲਬ ਜੰਗ ਚੱਲੀ ਜਾਂਦੀ ਦੇ ਵਿੱਚ ਇਹ ਭਾਰਤ ਆਇਆ। ਕਿਉਂ? ਦੂਜੀ ਸੰਸਾਰ ਜੰਗ 1939-45 ਜਿਹੜੀ ਲੱਗੀ ਸੀ ਲਈ ਇੰਗਲੈਂਡ ਦੇ ਹੱਕ ਵਿੱਚ ਭਾਰਤੀਆਂ ਤੋਂ ਸਹਿਯੋਗ ਲੈਣ ਲਈ। ਮਤਲਬ ਕੀ ਸੀਗਾ, ਕ੍ਰਿਪਸ ਮਿਸ਼ਨ ਦੇ ਉੱਤੋਂ ਜਿਹੜਾ ਸ਼ੁਰੂ ਹੋਇਆ ਉਦੋਂ ਨਾ ਅੰਗਰੇਜ਼ਾਂ ਨੂੰ ਥੋੜ੍ਹੀ ਜਿਹੀ ਬਖਲਾਹਟ ਦਾ ਸਾਹਮਣਾ ਕਰਨਾ ਪਿਆ। ਦੂਜੀ ਸੰਸਾਰ ਜੰਗ ਲੱਗ ਗਈ, ਦੂਜਾ ਵਿਸ਼ਵ ਯੁੱਧ ਲੱਗ ਗਿਆ ਆਹ ਸਮੇਂ ਦੇ ਵਿੱਚ, ਤਾਂ ਇੰਗਲੈਂਡ ਦੇ ਜਿਹੜੇ ਹੈਗੇ ਸੀ, ਇੰਗਲੈਂਡ ਦੀ ਸਰਕਾਰ ਸੀ, ਉਹ ਭਾਰਤੀਆਂ ਤੋਂ ਸਹਿਯੋਗ ਮੰਗਣਾ ਚਾਹੁੰਦੀ ਸੀ। ਆਪਾਂ ਨਾ ਬਹੁਤ ਸਾਰੀਆਂ ਫਿਲਮਾਂ ਦੇਖਦੇ ਹਾਂ ਵੀ ਜਿਵੇਂ ਸਾਰਾਗੜ੍ਹੀ ਦੀ ਲੜਾਈ ਆ ਜਾਂ ਹੋਰ ਵੀ ਜਿਹੜੀਆਂ ਹੈਗੀਆਂ ਜੰਗਾਂ ਨੇਗੀਆਂ, ਉਹਨਾਂ ਦੇ ਵਿੱਚ ਭਾਰਤੀ ਲੋਕ ਜਾ ਕੇ ਹੋਰ ਦੇਸ਼ਾਂ ਨਾਲ ਅੰਗਰੇਜ਼ਾਂ ਵਾਲੇ ਪੱਖ ਤੋਂ ਲੜਦੇ। ਅਸੀਂ ਅੰਗਰੇਜ਼ਾਂ ਵਾਲੇ ਪੱਖ ਤੋਂ ਹੋਰ ਦੇਸ਼ਾਂ ਨਾਲ ਲੜਾਈ ਲੜਦੇ ਸਾਡੇ ਲੋਕ। ਉਦੋਂ ਇਹ ਸਹਿਯੋਗ ਦੇ ਕਰਕੇ ਸੀ, ਆਹ ਕ੍ਰਿਪਸ ਮਿਸ਼ਨ ਦੇ ਕਰਕੇ ਹੋਇਆ ਸੀ ਇਹ ਸਾਰਾ ਕੁਛ। 84 ਨੰਬਰ ਪ੍ਰਸ਼ਨ ਜੀ। ਕ੍ਰਿਪਸ ਮਿਸ਼ਨ ਨੂੰ ਇਹ ਪੋਸਟ
ਡੇਟਡ ਚੈੱਕ ਔਨ ਏ ਕ੍ਰਿੰਬਲਿੰਗ ਬੈਂਕ ਡੈਸ਼ ਨੇ ਕਿਹਾ। ਮਹਾਤਮਾ ਗਾਂਧੀ ਨੇ ਇਹ ਮਤਲਬ ਕਿਹਾ ਸੀ ਇਹ ਗੱਲਬਾਤ, ਕ੍ਰਿਪਸ ਮਿਸ਼ਨ ਨੂੰ ਕਿਹਾ ਸੀ ਜੀ ਇਹ ਗੱਲ। ਇਹ ਮਤਲਬ ਵੀ ਉਹ ਚੈੱਕ ਆ ਵੀ ਜਿਹਦੀ ਡੇਟ ਲੰਘ ਚੁੱਕੀ ਆ, ਮਹਾਤਮਾ ਗਾਂਧੀ ਨੇ ਇਹ ਕਿਹਾ ਸੀ। 85 ਨੰਬਰ ਪ੍ਰਸ਼ਨ ਜੀ, ਭਾਰਤ ਛੱਡੋ ਅੰਦੋਲਨ ਅਗਸਤ ਕ੍ਰਾਂਤੀ ਸਮੇਂ ਗਾਂਧੀ ਨੇ ਕਿਹੜਾ ਨਾਅਰਾ ਦਿੱਤਾ? ਡੂ ਔਰ ਡਾਈ, ਕਰੋ ਤੇ ਮਰੋ ਦਾ ਨਾਅਰਾ ਦਿੱਤਾ ਜੀ ਭਾਰਤ ਛੱਡੋ ਅੰਦੋਲਨ ਦੇ ਵਿੱਚ ਮਹਾਤਮਾ ਗਾਂਧੀ ਨੇ। 86 ਨੰਬਰ ਜੀ, ਪਾਕਿਸਤਾਨ ਨਾਂ ਦੀ ਖੋਜ ਕਰਨ ਵਾਲੇ ਆਕਸਫੋਰਡ ਯੂਨੀਵਰਸਿਟੀ ਵਿਦਿਆਰਥੀ ਦਾ ਕੀ ਨਾਂ ਸੀ? ਚੌਧਰੀ ਰਹਿਮਤ ਅਲੀ। ਸੋ ਚੌਧਰੀ ਰਹਿਮਤ ਅਲੀ ਸੀ ਜਿਹੜਾ, ਉਹਨੇ ਮਤਲਬ ਪਾਕਿਸਤਾਨ ਨਾਂ ਦਿੱਤਾ ਸੀ, ਜਿਹੜਾ ਪਾਕਿਸਤਾਨ ਨਾਂ ਦੀ ਜਿਹੜੀ ਖੋਜ ਕੀਤੀ ਸੀ ਉਹ ਚੌਧਰੀ ਰਹਿਮਤ ਅਲੀ ਨੇ ਕੀਤੀ ਸੀ। ਸੋ ਪਾਕਿਸਤਾਨ ਜਿਹੜਾ ਸ਼ਬਦ ਸੀ ਉਹ ਚੌਧਰੀ ਰਹਿਮਤ ਅਲੀ। ਸੋ ਜਿਹੜਾ ਆਪਾਂ ਪਹਿਲਾਂ ਪ੍ਰਸ਼ਨ ਕਰਦੇ ਸੀ ਵੀ ਇਹ ਮਤਲਬ ਮਹਾਤਮਾ ਆਪਾਂ ਪਿੱਛੇ ਥੋੜ੍ਹਾ ਜਿਹਾ ਜਾਂਦੇ ਹਾਂ, 1 ਮਿੰਟ ਥੋੜ੍ਹਾ ਜਿਹਾ। ਆਪਾਂ ਇੱਕ ਪ੍ਰਸ਼ਨ ਕਰਿਆ ਸੀ ਇੱਥੇ ਆਪਣਾ ਰਹਿ ਗਿਆ ਸੀ, ਮੈਂ ਤੁਹਾਨੂੰ ਨੋਟ ਕਰਵਾਈ ਸੀ ਵੀ ਜਿਹੜਾ BR ਅੰਬੇਦਕਰ ਸੀ ਉਹ 3 ਗੋਲਮੇਜ਼ ਕਾਨਫਰੰਸਾਂ ਦੇ ਵਿੱਚ ਸ਼ਾਮਲ ਹੋਇਆ। ਇਹਦੇ ਨਾਲ ਕਿਹੜਾ ਸੀਗਾ, ਮੁਸਲਿਮ ਲੀਗ ਦੀ ਸਥਾਪਨਾ ਕਰਨ ਵਾਲਾ ਜਿਹੜਾ ਸੀਗਾ ਇੱਥੇ ਆਊਗਾ ਅੱਗੇ, ਹੈਗਾ ਸੀ ਮੁਹੰਮਦ ਅਲੀ ਜਿਨਾਹ। ਮੇਰੇ ਇਹ ਦਿਮਾਗ 'ਚ ਨਹੀਂ ਆ ਰਿਹਾ ਸੀ ਬੰਦਾ। ਮਤਲਬ ਜਿਹੜੀਆਂ 3 ਗੋਲਮੇਜ਼ ਕਾਨਫਰੰਸਾਂ ਹੋਈਆਂ ਸੀ ਲੰਡਨ ਦੇ ਵਿੱਚ, ਉਹਨਾਂ ਦੇ ਵਿੱਚ 2 ਬੰਦਿਆਂ ਨੇ 3 'ਚ ਭਾਗ ਲਿਆ ਸੀ। ਇਹ ਪ੍ਰਸ਼ਨ ਬਹੁਤ ਵਾਰ ਪੁੱਛਿਆ ਗਿਆ, ਮੁਹੰਮਦ ਅਲੀ ਜਿਨਾਹ ਤੇ BR ਅੰਬੇਦਕਰ ਨੇ। ਸੋ ਆਪਾਂ 87 ਨੰਬਰ ਕਰ ਰਹੇ ਹਾਂ ਹੁਣ। ਡਿਵਾਈਡ ਐਂਡ ਕੁਆਇਟ ਇੰਡੀਆ ਮੂਵਮੈਂਟ ਦਾ ਨਾਅਰਾ ਕਿਸ ਨੇ ਦਿੱਤਾ? ਮੁਸਲਿਮ ਲੀਗ ਨੇ ਦਿੱਤਾ ਸੀ ਜੀ ਇਹ ਨਾਅਰਾ। 88 ਨੰਬਰ ਕਰਦੇ ਹਾਂ ਜੀ, ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਤੇ ਗਵਰਨਰ ਜਨਰਲ ਦੇ ਨਾਂ ਦੱਸੋ। ਪ੍ਰਧਾਨ ਮੰਤਰੀ ਲਿਆਕਤ ਅਲੀ ਖਾਂ ਬਣਿਆ ਸੀ ਜੀ, ਗਵਰਨਰ ਜਨਰਲ ਮੁਹੰਮਦ ਅਲੀ ਜਿਨਾਹ ਨੂੰ ਬਣਾਇਆ ਗਿਆ ਸੀ। 99 ਨੰਬਰ ਜੀ, ਭਾਰਤ ਦੇ ਪਹਿਲੇ ਗਵਰਨਰ ਜਨਰਲ ਦਾ ਨਾਂ ਦੱਸੋ। ਲਾਰਡ ਮਾਊਂਟਬੈਟਨ। ਇੱਥੇ ਕਈ ਵਾਰ ਨਾ ਬੱਚੇ ਉਲਝ ਜਾਂਦੇ ਆ, ਭਾਰਤ ਦਾ ਜਿਹੜਾ ਪਹਿਲਾ ਗਵਰਨਰ ਬਣਿਆ ਉਹ ਅੰਗਰੇਜ਼ ਅਧਿਕਾਰੀ ਹੀ ਬਣਿਆ ਸੀਗਾ, ਲਾਰਡ ਮਾਊਂਟਬੈਟਨ। ਜੇ ਪੁੱਛ ਲਿਆ ਜਾਂਦਾ ਨਾ ਵੀ ਭਾਰਤ ਦਾ ਪਹਿਲਾ ਗਵਰਨਰ ਜਨਰਲ ਜਿਹੜਾ ਭਾਰਤੀ ਹੀ ਹੋਵੇ, ਤੇ ਉਹ ਰਾਜਾ ਗੋਪਾਲ ਚੱਕਰਵਰਤੀ ਸੀ, ਜਿਹੜਾ ਗੋਪਾਲਾਚਾਰੀ ਸੀ, ਰਾਜਾ ਗੋਪਾਲਾਚਾਰੀ, ਇਸ ਤਰ੍ਹਾਂ ਦਾ ਨਾਂ ਸੀ ਉਹਦਾ। 90 ਨੰਬਰ, ਭਾਰਤ ਨੂੰ ਆਜ਼ਾਦੀ ਕਿਸ ਐਕਟ ਰਾਹੀਂ ਮਿਲੀ? ਸੋ ਭਾਰਤੀ ਆਜ਼ਾਦੀ ਐਕਟ 1947। ਲਾਰਡ ਮਾਊਂਟਬੈਟਨ ਯੋਜਨਾ ਸੀ ਇੱਕ 3 ਜੂਨ ਪਲਾਨ। ਸੋ ਜੂਨ ਦੇ ਵਿੱਚ ਇਹ ਪਲਾਨ ਹੋਈ ਸੀ, ਜੂਨ ਦੇ ਵਿੱਚ। ਸੋ ਮਾਊਂਟਬੈਟਨ ਯੋਜਨਾ ਸੀ ਇਹ, ਜਿਹੜਾ ਐਕਟ ਸੀ 1947 ਸੀਗਾ ਜੀ, ਇਸ ਦੇ ਅਧੀਨ ਇਹ ਆਜ਼ਾਦੀ ਮਿਲੀ ਸੀ। ਆਪਾਂ ਅਗਲਾ ਪ੍ਰਸ਼ਨ ਕਰਦੇ ਹਾਂ ਜੀ। 91 ਨੰਬਰ ਪ੍ਰਸ਼ਨ ਦੋਸਤੋ, ਵਾਰਨ ਹੇਸਟਿੰਗਜ਼ ਕਦੋਂ ਅਤੇ ਕਦੋਂ ਤੱਕ ਬੰਗਾਲ ਦਾ ਗਵਰਨਰ ਰਿਹਾ? ਇਹ ਥੋੜ੍ਹਾ ਜਿਹਾ ਪਹਿਲਾਂ ਆਪਾਂ ਦੇਸ਼ ਦੀ ਆਜ਼ਾਦੀ ਤੱਕ ਆ ਗਏ, ਫਿਰ ਆਪਾਂ ਪਿੱਛੇ ਜਾ ਰਹੇ ਹਾਂ, ਹੁਣ ਦੁਬਾਰੇ ਫਿਰ ਮਤਲਬ ਬੈਕਗਰਾਊਂਡ 'ਚ ਪੜ੍ਹ ਰਹੇ ਹਾਂ। ਵਾਰਨ ਹੇਸਟਿੰਗਜ਼ ਕਦੋਂ ਅਤੇ ਕਦੋਂ ਤੱਕ ਬੰਗਾਲ ਦਾ ਗਵਰਨਰ ਰਿਹਾ? 1974 ਤੋਂ 1985 ਤੱਕ। ਗੀਤਾ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਵਾਲੇ ਅੰਗਰੇਜ਼ ਦਾ ਨਾਂ? ਚਾਰਲਸ ਵਿਲਕਿਨਸ। ਜਿਹੜੀ ਗੀਤਾ ਹੈਗੀ ਆਪਣੀ ਗ੍ਰੰਥ ਹੈ, ਆਪਣਾ ਪਵਿੱਤਰ ਗ੍ਰੰਥ, ਉਹਦਾ ਜਿਹੜਾ ਅੰਗਰੇਜ਼ੀ ਦੇ ਵਿੱਚ ਅਨੁਵਾਦ ਕੀਤਾ ਉਹ ਕੀਤਾ ਸੀ ਚਾਰਲਸ ਵਿਲਕਿਨਸ ਨੇ। ਬੰਗਾਲ ਦੀ ਜ਼ਿਲ੍ਹਾ ਵੰਡ ਕਿਸ ਗਵਰਨਰ ਜਨਰਲ ਨੇ ਕਰਵਾਈ? ਵਾਰਨ ਹੇਸਟਿੰਗਜ਼ ਨੇ ਕਰਵਾਈ ਸੀ। 94 ਨੰਬਰ, ਪਹਿਲਾ ਅੰਗਰੇਜ਼ ਮਰਾਠਾ ਯੁੱਧ ਕਦੋਂ ਅਤੇ ਕਦੋਂ ਤੱਕ ਹੋਇਆ? ਵੈਰੀ ਵੈਰੀ ਇੰਪੋਰਟੈਂਟ ਆ ਜੀ। ਮਰਾਠਿਆਂ ਨਾਲ ਪਹਿਲਾ ਅੰਗਰੇਜ਼ ਯੁੱਧ ਹੋਇਆ ਸੀ 1786 ਤੋਂ ਲੈ ਕੇ 1782 ਦੇ ਵਿੱਚ। ਦੂਜਾ ਅੰਗਰੇਜ਼ ਮੈਸੂਰ ਯੁੱਧ ਕਦੋਂ ਅਤੇ ਕਦੋਂ ਤੱਕ ਹੋਇਆ ਜੀ? 1780 ਤੋਂ 84 ਤੱਕ ਹੋਇਆ ਦੂਸਰਾ। 96 ਨੰਬਰ ਪੜ੍ਹਦੇ ਹਾਂ ਜੀ, ਬੰਗਾਲ ਦਾ ਸਥਾਈ ਬੰਦੋਬਸਤ ਕਰਨ ਵਾਲੇ ਗਵਰਨਰ ਜਨਰਲ ਦਾ ਨਾਂ ਦੱਸੋ। ਲਾਰਡ ਕਾਰਨਵਾਲਿਸ। ਲਾਰਡ ਕਾਰਨਵਾਲਿਸ ਨੇ ਸਥਾਈ ਬੰਦੋਬਸਤ ਦੀ ਸਥਾਪਨਾ ਕੀਤੀ 1993 ਦੇ ਵਿੱਚ। ਸਥਾਈ ਬੰਦੋਬਸਤ ਕੀ ਵੀ ਸਿੱਧਾ ਕਿਸਾਨਾਂ ਨੂੰ ਜ਼ਮੀਨ ਦੇ ਦਿੱਤੀ ਗਈ, ਬਸ ਵੀ ਤੁਸੀਂ ਖੇਤੀ ਕਰੋ, ਤੁਸੀਂ ਕੰਮ ਕਰੋ, ਅਤੇ ਸਿੱਧਾ ਟੈਕਸ ਅੰਗਰੇਜ਼ੀ ਸਾਮਰਾਜ ਨੂੰ ਪਹੁੰਚਾ ਦਿਓ। ਸਥਾਈ ਬੰਦੋਬਸਤ ਸ਼ੁਰੂ ਕਰ ਦਿੱਤਾ ਗਿਆ ਸੀ ਇਹ। 97 ਨੰਬਰ, ਹੂ ਇਜ਼ ਕਾਲਡ ਦਾ ਫਾਦਰ ਆਫ ਦਾ ਕੀ ਹੈ ਸਿਵਲ ਸਰਵਿਸ। ਸਿਵਲ ਸਰਵਿਸ ਦਾ ਮੋਢੀ ਕਿਹਨੂੰ ਕਿਹਾ ਜਾਂਦਾ ਸੀ? ਲਾਰਡ ਕਾਰਨਵਾਲਿਸ ਨੂੰ ਸਿਵਲ ਸਰਵਿਸ ਦਾ ਮੋਢੀ ਕਿਹਾ ਜਾ ਸਕਦਾ ਸੀ। ਪੁਲਿਸ ਵਿਭਾਗ ਦਾ ਮੋਢੀ ਵੀ ਕਿਹਾ ਜਾਂਦਾ ਇਹਨੂੰ। ਲਾਰਡ ਕਾਰਨਵਾਲਿਸ ਵੈਰੀ ਇੰਪੋਰਟੈਂਟ ਕਰੈਕਟਰ ਰਿਹਾ ਹੋਇਆ ਜੀ। ਇਹਨੇ ਕਾਰਨਵਾਲਿਸ ਕੋਡ ਨਾਂ ਦੀ ਪੁਸਤਕ ਵੀ ਲਿਖੀ ਸੀ ਇਸ ਬੰਦੇ ਨੇ। ਸਥਾਈ ਬੰਦੋਬਸਤ ਵੀ ਇਸ ਨੇ ਸ਼ੁਰੂ ਕੀਤਾ ਸੀ। ਸੋ ਤੀਜੇ ਅੰਗਰੇਜ਼ ਮੈਸੂਰ ਯੁੱਧ ਉਪਰੰਤ ਕਿਹੜੀ ਸੰਧੀ ਹੋਈ? ਸ੍ਰੀ ਨਾਗਾਪਟਨਮ ਦੀ 1792 ਦੇ ਵਿੱਚ ਸੰਧੀ ਹੋਈ ਜੀ। 3 ਮੈਸੂਰ ਯੁੱਧ ਹੋ ਗਏ, 4 ਹੋਏ ਸੀ ਇਹ।
ਆਪਾਂ ਪਹਿਲਾਂ 3 ਕਹਿ ਗਏ। 1799 ਤੱਕ ਚੌਥਾ ਹੋਇਆ ਸੀ। 99 ਨੰਬਰ ਪ੍ਰਸ਼ਨ ਜੀ, ਭਾਰਤ ਵਿੱਚ ਪਹਿਲਾ ਸੰਸਕ੍ਰਿਤ ਕਾਲਜ ਕਿੱਥੇ ਬਣਿਆ? ਵਾਰਾਣਸੀ ਦੇ ਵਿੱਚ ਬਣਿਆ ਜੀ, ਬਨਾਰਸ ਦੇ ਵਿੱਚ ਪਹਿਲਾ ਸੰਸਕ੍ਰਿਤ ਕਾਲਜ ਭਾਰਤ ਦੇ ਵਿੱਚ। 100 ਨੰਬਰ ਪ੍ਰਸ਼ਨ ਦੇ ਆ ਗਏ ਜੀ। ਆਪਾਂ 100 ਨੰਬਰ ਪ੍ਰਸ਼ਨ ਪੜ੍ਹਦੇ ਹਾਂ। ਹੂ ਇੰਟਰੋਡਿਊਸਡ ਦਾ ਸਬਸਿਡਾਰੀ ਅਲਾਇੰਸ ਸਿਸਟਮ? ਇਹ ਕਿਹਨੇ ਸੀ ਸ਼ੁਰੂ ਕੀਤਾ ਸੀ ਜੀ? ਇਹ ਸਿਸਟਮ ਕਿਹਨੇ ਸ਼ੁਰੂ ਕੀਤਾ? ਲਾਰਡ ਵੈਲਜ਼ਲੀ ਨੇ। ਮਤਲਬ ਵੀ ਨਾ ਕੀ ਕਹਿ ਸਕਦੇ ਆ, ਮਤਲਬ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾਉਣ ਦੀ ਨੀਤੀ ਜਿਹੜੀ ਚਲਾਈ ਸੀਗੀ ਉਹ ਕਿਹਨੇ ਸ਼ੁਰੂ ਕੀਤੀ? ਲਾਰਡ ਵੈਲਜ਼ਲੀ ਨੇ। ਸੋ 101 ਨੰਬਰ, ਲਾਰਡ ਵੈਲਜ਼ਲੀ ਨੇ ਕੰਪਨੀ ਲਈ ਨੌਕਰ ਪੈਦਾ ਕਰਨ ਲਈ ਕਲਕੱਤੇ ਕਿਹੜਾ ਕਾਲਜ ਬਣਾਇਆ? ਵੈਰੀ ਵੈਰੀ ਇੰਪੋਰਟੈਂਟ ਹੈ ਜੀ, ਫੋਰਟ ਵਿਲੀਅਮ ਕਾਲਜ। ਮਤਲਬ ਇਹਨੂੰ ਨਾ ਲੋੜ ਪੈ ਗਈ, ਇਸ ਇਨਸਾਨ ਨੇ ਸੋਚਿਆ ਵੀ ਸਾਨੂੰ ਕਲੈਰੀਕਲ ਕੰਮਾਂ ਵਾਸਤੇ, ਲਿਖਤ ਪੜ੍ਹਨ ਵਾਲੇ ਕੰਮਾਂ ਵਾਸਤੇ ਬੰਦਿਆਂ ਦੀ ਲੋੜ ਹੈ, ਪੜ੍ਹੇ ਲਿਖਿਆਂ ਦੀ। ਤਾਂ ਇਹਨੇ ਲਾਰਡ ਵੈਲਜ਼ਲੀ ਨੇ ਕੰਪਨੀ ਦੇ ਕੰਮ ਕਰਵਾਉਣ ਲਈ ਕਲਕੱਤੇ 'ਚ ਇੱਕ ਕਾਲਜ ਬਣਾਇਆ ਵੀ ਉੱਥੇ ਪੜ੍ਹਨ ਲੋਕ ਅਤੇ ਅਸੀਂ ਉਹਨਾਂ ਤੋਂ ਕੰਮ ਲਈਏ। ਸੋ ਕਾਲਜ ਦਾ ਨਾਂ ਕੀ ਸੀ? ਫੋਰਟ ਵਿਲੀਅਮ ਕਾਲਜ। 102 ਨੰਬਰ ਪੜ੍ਹਦੇ ਹਾਂ ਜੀ, ਚੌਥਾ ਅੰਗਰੇਜ਼ ਮੈਸੂਰ ਯੁੱਧ ਕਦੋਂ ਹੋਇਆ? ਕਿਹੜਾ ਸਰਦਾਰ ਮਾਰਿਆ ਗਿਆ? ਸੋ ਟੀਪੂ ਸੁਲਤਾਨ ਮਾਰਿਆ ਗਿਆ ਸੀ 1799 ਦੇ ਵਿੱਚ। ਟੀਪੂ ਸੁਲਤਾਨ ਮਾਰਿਆ ਗਿਆ ਸੀ ਉਸ ਸਮੇਂ। ਹੈਦਰ ਅਲੀ ਦਾ ਮੁੰਡਾ ਸੀ ਟੀਪੂ ਸੁਲਤਾਨ। ਟੀਪੂ ਸੁਲਤਾਨ ਦੀ ਮੌਤ ਹੋ ਗਈ 1799 ਦੇ ਵਿੱਚ, ਚੌਥੇ ਅੰਗਰੇਜ਼ ਮੈਸੂਰ ਦੇ ਯੁੱਧ ਵਿੱਚ। ਸੋ ਅੰਗਰੇਜ਼ਾਂ ਦੇ ਅਧਿਕਾਰ ਕਰ ਲਿਆ ਸੀ ਫਿਰ ਇਹਦੇ ਉੱਤੇ। ਅਗਲਾ ਪ੍ਰਸ਼ਨ ਪੜ੍ਹਦੇ ਹਾਂ ਜੀ, ਹੂ ਇਜ਼ ਕਾਲਡ ਦਾ ਮੋਸਟ ਲਿਬਰਲ ਐਂਡ ਇਨ, ਆਪਾਂ ਥੋੜ੍ਹਾ ਜਿਹਾ ਬੜਾ ਖੋਲ੍ਹ ਕੇ ਪੜ੍ਹਦੇ ਹਾਂ ਇਹਨੂੰ। ਹਾਂਜੀ, ਹੂ ਇਜ਼ ਕਾਲਡ ਦਾ ਮੋਸਟ ਲਿਬਰਲ ਐਂਡ ਦਾ ਇਨਲਾਈਟਨਡ ਗਵਰਨਰ ਜਨਰਲ ਆਫ ਇੰਡੀਆ ਐਂਡ ਦਾ ਫਾਦਰ ਡੈਨ ਵੈਸਟਰਨ ਐਜੂਕੇਸ਼ਨ ਇਨ ਇੰਡੀਆ। ਮਤਲਬ ਵੈਸਟਰਨ ਪੱਛਮੀ, ਮਤਲਬ ਪੱਛਮੀ ਜਿਹੜੀ ਸਿੱਖਿਆ ਸੀ ਉਹਨੂੰ ਮਤਲਬ ਸ਼ੁਰੂ ਕਰਨ ਵਾਲਾ ਜਾਂ ਉਹਨੂੰ ਲਿਆਉਣ ਵਾਲਾ ਜਾਂ ਉਹਦੀ ਗੱਲ ਕਰਨ ਵਾਲਾ ਕਿਹੜਾ ਗਵਰਨਰ ਜਨਰਲ ਸੀ? ਲਾਰਡ ਵਿਲੀਅਮ ਬੈਂਟਿਕ। ਸੋ ਲਾਰਡ ਵਿਲੀਅਮ ਬੈਂਟਿਕ ਦੇ ਨਾਲ ਸੰਬੰਧਿਤ ਹੈ ਇਹ ਗੱਲਬਾਤ ਜੀ। 104 ਨੰਬਰ, ਮੈਸੂਰ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਕਦੋਂ ਮਿਲਾਇਆ ਗਿਆ? 1831 ਦੇ ਵਿੱਚ ਮੈਸੂਰ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾ ਲਿਆ ਗਿਆ। ਭਾਰਤ ਦੇ ਪਹਿਲੇ ਗਵਰਨਰ ਜਨਰਲ ਦਾ ਨਾਂ ਦੱਸੋ? ਲਾਰਡ ਵਿਲੀਅਮ ਬੈਂਟਿਕ। ਗਵਰਨਰ ਜਨਰਲ ਦੀ ਗੱਲ ਹੈ ਜੀ, ਲਾਰਡ ਵਿਲੀਅਮ ਬੈਂਟਿਕ ਬਣਿਆ ਸੀ। ਪਹਿਲਾਂ ਬੰਗਾਲ ਦਾ ਗਵਰਨਰ ਜਨਰਲ ਹੁੰਦਾ ਸੀਗਾ, ਫਿਰ ਭਾਰਤ ਦਾ ਪਹਿਲਾ ਗਵਰਨਰ ਜਨਰਲ ਬਣਿਆ। ਪਹਿਲਾਂ ਗਵਰਨਰ ਜਨਰਲ ਬੰਗਾਲ ਦਾ ਹੀ ਹੁੰਦਾ ਸੀ ਇਕੱਲਾ, ਫਿਰ ਉਹਨੂੰ ਪੂਰੇ ਭਾਰਤ ਦਾ ਬਣਾ ਦਿੱਤਾ ਗਿਆ। ਕਿਹੜਾ ਬਣਿਆ ਪਹਿਲਾਂ? ਲਾਰਡ ਵਿਲੀਅਮ ਬੈਂਟਿਕ। ਅਗਲਾ ਦੇਖਦੇ ਹਾਂ ਜੀ, 106 ਨੰਬਰ। 106 ਨੰਬਰ ਪ੍ਰਸ਼ਨ ਪੜ੍ਹਦੇ ਹਾਂ। ਸਤੀ ਪ੍ਰਥਾ ਦਾ ਅੰਤ ਕਰਵਾਉਣ ਲਈ ਯਤਨਸ਼ੀਲ ਭਾਰਤੀ ਸਮਾਜ ਸੁਧਾਰਕ ਦਾ ਨਾਂ ਦੱਸੋ? ਰਾਜਾ ਰਾਮ ਮੋਹਨ ਰਾਏ। ਆਪਾਂ ਬਹੁਤ ਜ਼ਿਆਦਾ ਪੜ੍ਹਾਤਾ ਇਸ ਨੂੰ ਤਾਂ, ਰਾਜਾ ਰਾਮ ਮੋਹਨ ਰਾਏ ਨੂੰ। ਭਾਰਤ ਦਾ ਪਹਿਲਾ ਮੈਡੀਕਲ ਕਾਲਜ ਤੋਂ ਕਿੱਥੇ ਬਣਿਆ? 28 ਜਨਵਰੀ 1835 ਦੇ ਵਿੱਚ ਕਲਕੱਤਾ ਦੇ ਵਿੱਚ ਬਣਿਆ ਜੀ ਇਹ। 108 ਨੰਬਰ ਪੜ੍ਹਦੇ ਹਾਂ। ਭਾਰਤ ਦੇ ਕਿਹੜੇ ਗਵਰਨਰ ਜਨਰਲ ਦੇ ਸਮੇਂ ਅੰਗਰੇਜ਼ੀ ਭਾਰਤ ਦੀ ਭਾਸ਼ਾ ਬਣਾਈ ਗਈ? ਸੋ ਕਿਹੜਾ ਗਵਰਨਰ ਜਨਰਲ ਸੀ ਜਦੋਂ ਅੰਗਰੇਜ਼ੀ ਨੂੰ ਭਾਰਤ ਦੀ ਭਾਸ਼ਾ ਬਣਾ ਦਿੱਤਾ ਗਿਆ? ਲਾਰਡ ਵਿਲੀਅਮ ਬੈਂਟਿਕ ਨੇ ਬਣਾਈ ਸੀ ਜੀ ਇਹ। ਸੋ ਭਾਰਤ ਦਾ ਪਹਿਲਾ ਅਖਬਾਰ ਕਿਹੜਾ ਹੈ? ਇਹ ਕਿਸ ਨੇ ਅਤੇ ਕਦੋਂ ਕੱਢਿਆ? ਬੰਗਾਲ ਗਸਟ ਪਹਿਲਾ ਅਖਬਾਰ ਹੈ ਜੀ, ਜੇਮਜ਼ ਹਿੰਕੀ ਨੇ 1780 ਦੇ ਵਿੱਚ ਕੱਢਿਆ। ਵੈਰੀ ਇੰਪੋਰਟੈਂਟ ਹੈ। ਸਿੱਧਾ ਪ੍ਰਸ਼ਨ, 2-3 ਪ੍ਰਸ਼ਨ ਬਣ ਗਏ ਇੱਥੋਂ। ਭਾਰਤ ਦਾ ਪਹਿਲਾ ਅਖਬਾਰ ਬੰਗਾਲ ਗਸਟ ਕਿਸ ਨੇ ਕੱਢਿਆ? ਜੇਮਜ਼ ਹਿੰਕੀ ਨੇ। ਕਦੋਂ ਕੱਢਿਆ? 1780 ਦੇ ਵਿੱਚ। 110 ਨੰਬਰ ਪ੍ਰਸ਼ਨ ਜੀ, ਵਿਧਵਾ ਪੁਨਰ ਵਿਆਹ ਬਿੱਲ ਕਦੋਂ ਅਤੇ ਕਿਸ ਦੇ ਯਤਨਾਂ ਨਾਲ ਪਾਸ ਹੋਇਆ? 17 ਨਵੰਬਰ 1855 ਨੂੰ ਈਸ਼ਵਰ ਚੰਦਰ ਵਿਦਿਆਸਾਗਰ, ਇਹਨਾਂ ਦੀਆਂ ਯੋਜਨਾਵਾਂ ਸੀ, ਇਹਨਾਂ ਦੀ ਕੋਸ਼ਿਸ਼ ਸੀ ਇਸ ਬੰਦੇ ਦੀ, ਈਸ਼ਵਰ ਚੰਦਰ ਵਿਦਿਆਸਾਗਰ ਦੀ, ਵੀ ਇਹ ਜਿਹੜਾ ਵਿਧਵਾ ਵਿਆਹ ਪੁਨਰ ਬਿੱਲ ਹੈ, ਵਿਧਵਾ ਪੁਨਰ ਵਿਆਹ ਗਾ, ਇਹ ਪਾਸ ਕੀਤਾ ਜਾਵੇ। ਮਤਲਬ ਵਿਧਵਾਵਾਂ ਨੂੰ ਨਾ ਵਿਆਹ ਕਰਾਉਣ ਦੀ ਅਨੁਮਤੀ ਹੈ ਨਹੀਂ ਸੀ ਪਹਿਲਾਂ ਭਾਰਤੀ ਸਮਾਜ ਦੇ ਵਿੱਚ। ਸੋ ਭਾਰਤੀ ਸਮਾਜ ਦੇ ਵਿੱਚ ਬਹੁਤ ਸਾਰੀਆਂ ਪ੍ਰਥਾਵਾਂ ਇਹੋ ਜਿਹੀਆਂ ਸੀ। ਸਤੀ ਪ੍ਰਥਾ ਹੋ ਗਈ, ਵਿਧਵਾ ਜਿਹੜੀ ਹੈਗੀਆਂ ਸੀ ਲੇਡੀਜ਼ ਉਹ ਵਿਆਹ ਨਹੀਂ ਕਰਾ ਸਕਦੀਆਂ ਸੀ। ਸੋ ਇਸ ਤਰ੍ਹਾਂ ਦੇ ਇਹ ਕ੍ਰਾਂਤੀਕਾਰੀ ਬੰਦੇ ਸੀ, ਇਹਨਾਂ ਨੇ ਸਮਾਜਿਕ ਅੰਦੋਲਨ ਸ਼ੁਰੂ ਕੀਤੇ। ਅੰਗਰੇਜ਼ਾਂ ਤੋਂ ਇਹ ਮਤੇ ਪਵਾਏ, ਅੰਗਰੇਜ਼ਾਂ ਤੋਂ ਇਹ ਬਿੱਲ ਬਣਵਾਏ, ਇਹਨਾਂ ਨੇ ਚੰਗੇ ਕੰਮ ਵੀ ਕਰਵਾਏ। ਇਹ ਕਦੋਂ ਕਰਵਾਇਆ? 17 ਨਵੰਬਰ 1855 ਦੇ ਵਿੱਚ। 111 ਨੰਬਰ ਜੀ, ਲੈਫਸ ਦੀ ਨੀਤੀ ਕਿਸ ਭਾਰਤੀ ਗਵਰਨਰ ਜਨਰਲ ਨੇ ਚਲਾਈ? ਲਾਰਡ ਡਲਹੌਜੀ ਨੇ ਚਲਾਈ 1848 ਦੇ ਵਿੱਚ। ਆਪਾਂ ਪੜ੍ਹਿਆ ਪਹਿਲਾਂ।
ਲੈਫਸ ਦੀ ਨੀਤੀ ਅਨੁਸਾਰ ਕਿਹੜਾ ਰਾਜ ਸਭ ਤੋਂ ਪਹਿਲਾਂ ਸ਼ਿਕਾਰ ਬਣਿਆ? 17 ਰਾਜ ਨੂੰ ਸਾਰਿਆਂ ਤੋਂ ਪਹਿਲਾਂ ਲੈਫਸ ਦੀ ਨੀਤੀ ਦੇ ਅਧੀਨ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾ ਲਿਆ ਜੀ। ਹੂ ਇੰਟਰੋਡਿਊਸਡ ਕੰਪੈਟੀਟਿਵ ਐਗਜ਼ਾਮੀਨੇਸ਼ਨ ਇਨ ਇੰਡੀਆ? ਇਹ ਕਿਹਨੂੰ ਕਿਹਾ ਜਾਂਦਾ ਸੀ? ਇਹ ਗੱਲਬਾਤ ਸਾਰੀ ਜੀ ਲਾਰਡ ਡਲਹੌਜੀ ਨੂੰ। ਭਾਰਤ ਵਿੱਚ ਪਹਿਲੀ ਰੇਲ ਲਾਈਨ ਕਦੋਂ ਤੋਂ ਕਿੱਥੇ ਤੱਕ ਵਿਛਾਈ ਗਈ? ਬੰਬੇ ਤੋਂ ਥਾਣੇ ਤੱਕ। ਜਿਹੜਾ ਲਾਰਡ ਡਲਹੌਜੀ ਹੈ ਵੈਰੀ ਇੰਪੋਰਟੈਂਟ ਕਰੈਕਟਰ ਰਿਹਾ, ਇਹਦੇ ਨਾਲ ਸੰਬੰਧਿਤ ਪ੍ਰਸ਼ਨ ਬਹੁਤ ਪੁੱਛੇ ਜਾਂਦੇ ਆ, ਇਹਨੂੰ ਤੁਸੀਂ ਡੂੰਘਾਈ ਨਾਲ ਪੜ੍ਹਨਾ ਸਾਰਿਆਂ ਨੇ। ਲਾਰਡ ਡਲਹੌਜੀ ਨੂੰ ਜਿਹੜੀ ਮਤਲਬ ਡਾਕ, ਤਾਰ, ਰੇਲਵੇ, ਇਹ ਸਾਰੀਆਂ ਖੋਜਾਂ, ਇਹ ਸਾਰੀਆਂ ਚੀਜ਼ਾਂ ਇਹਨੇ ਚਲਾਈਆਂ ਸੀਗੀਆਂ। ਮਤਲਬ ਇਹਨੇ ਡਾਕ ਦਾ ਪ੍ਰਬੰਧ ਵੀ ਇਹਨੇ ਕੀਤਾ, ਅਤੇ ਜਿਹੜਾ ਆਹ ਚਾਹ ਵਗੈਰਾ ਦੇ ਬਾਗ ਬੂਗ ਲਵਾਉਣੇ, ਕਾਫੀ ਕੂਫੀ ਸ਼ੁਰੂ ਕਰਵਾਈ, ਇਹ ਸਾਰਾ ਇਸੇ ਦਾ ਕੰਮ ਸੀ ਜੀ। ਲੈਫਸ ਦੀ ਨੀਤੀ ਵੀ ਇਸੇ ਨੇ ਸ਼ੁਰੂ ਕੀਤੀ ਸੀ, ਪਹਿਲੀ ਰੇਲਵੇ ਵੀ ਇਸੇ ਨੇ ਚਲਾਈ। ਸੋ 115 ਨੰਬਰ, 1858 ਵਿੱਚ ਬਣੇ ਭਾਰਤ ਦੇ ਪਹਿਲੇ ਵਾਇਸਰਾਏ ਦਾ ਨਾਂ ਦੱਸੋ? ਲਾਰਡ ਕੈਨਿੰਗ। 1858 ਦੇ ਵਿੱਚ ਪਹਿਲਾਂ ਭਾਰਤੀ ਗਵਰਨਰ ਜਨਰਲ ਹੁੰਦੇ ਸੀ, ਫਿਰ ਵਾਇਸਰਾਏ ਬਣਾ ਦਿੱਤੇ ਗਏ ਵਾਇਸਰਾਏ। ਇਹ ਕਿਹੜਾ ਬਣਿਆ ਸੀ ਪਹਿਲਾ? ਲਾਰਡ ਕੈਨਿੰਗ। ਭਾਰਤੀ ਹਾਈ ਕੋਰਟ ਐਕਟ 1861 ਅਧੀਨ ਕਿੱਥੇ ਕਿੱਥੇ ਹਾਈ ਕੋਰਟ ਬਣਾਈਆਂ ਗਈਆਂ? ਸਭ ਤੋਂ ਪਹਿਲਾਂ ਕਿੱਥੇ ਹਾਈ ਕੋਰਟ ਬਣੀ? ਬੰਬੇ ਦੇ ਵਿੱਚ ਜੀ, ਕਲਕੱਤਾ, ਮਦਰਾਸ। ਸਭ ਤੋਂ ਪਹਿਲਾਂ ਕਲਕੱਤਾ ਦੇ ਵਿੱਚ ਬਣੀ। 2-3 ਪ੍ਰਸ਼ਨ ਕਲੀਅਰ ਹੋ ਗਏ 116 ਦੇ ਅਧੀਨ। ਦੁਬਾਰੇ ਪੜ੍ਹ ਲੈਂਦੇ ਇਹਨੂੰ ਆਪਾਂ। ਭਾਰਤੀ ਹਾਈ ਕੋਰਟ ਐਕਟ ਸੀਗਾ 1861, ਇਹਦੇ ਅਧੀਨ ਹਾਈ ਕੋਰਟ ਬਣਾਈਆਂ ਗਈਆਂ। ਕਿੱਥੇ ਕਿੱਥੇ ਬਣਾਈਆਂ? ਬੰਬੇ, ਕਲਕੱਤਾ ਅਤੇ ਮਦਰਾਸ। ਪਹਿਲੀ ਹਾਈ ਕੋਰਟ ਕਿੱਥੇ ਬਣੀ? ਕਲਕੱਤਾ ਦੇ ਵਿੱਚ ਬਣੀ। 117 ਨੰਬਰ ਪੜ੍ਹਦੇ ਹਾਂ ਜੀ। ਕਲਕੱਤਾ ਯੂਨੀਵਰਸਿਟੀ ਕਦੋਂ ਬਣਾਈ ਗਈ? 1857 ਦੇ ਵਿੱਚ ਕਲਕੱਤੇ ਦੇ ਵਿੱਚ ਯੂਨੀਵਰਸਿਟੀ ਬਣਾਈ ਗਈ। 118 ਨੰਬਰ ਪੜ੍ਹਦੇ ਹਾਂ। ਆਈਪੀਸੀ ਇੰਡੀਅਨ ਪੈਨਲ ਕੋਡ ਦੀ ਸ਼ੁਰੂਆਤ ਕਦੋਂ ਹੋਈ? 1862 ਦੇ ਵਿੱਚ ਸ਼ੁਰੂਆਤ ਹੋਈ ਜੀ। ਸੋ ਦੋਸਤੋ ਲੈਕਚਰ ਨੂੰ ਸਾਰਾ ਸੁਣਿਓ, ਬੜੇ ਆਪਾਂ ਜ਼ੋਰ ਨਾਲ ਅਤੇ ਧਿਆਨ ਨਾਲ ਕੋਸ਼ਿਸ਼ ਕਰ ਰਹੇ ਹਾਂ ਇਸ ਲੈਕਚਰ ਨੂੰ ਕਵਰ ਕਰਨ ਦੀ। 130 ਪ੍ਰਸ਼ਨ ਆਪਾਂ ਤੁਹਾਡੇ ਇਹ ਕਵਰ ਕਰਵਾ ਰਹੇ ਹਾਂ। ਸਾਰਾ ਲਗਭਗ ਇਹਦੇ ਵਿੱਚ ਨਾ ਮਾਡਰਨ ਹਿਸਟਰੀ ਦਾ ਸਾਰਾ ਟੱਚ ਇਹਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਆਪਾਂ ਨਾ ਵਿੱਚ ਇੱਕ ਨੋਟ ਕਰਵਾ ਦਈਏ, ਆਂਗਣਵਾੜੀ ਸੁਪਰਵਾਈਜ਼ਰ ਵਾਲੇ ਜਿਹੜੇ ਕੈਂਡੀਡੇਟ ਨੇ, ਜਿਹੜੇ ਸਾਥੀ ਨੇ, ਉਹਨਾਂ ਨੇ ਜੇ ਨੋਟਸ ਲੈਣੇ ਹੋਣ ਤਾਂ ਆਪਣੇ ਨੰਬਰ 'ਤੇ ਤੁਸੀਂ ਫ਼ੋਨ ਕਰ ਸਕਦੇ ਹੋ। 98 700 ਇਹ ਗਲਤ ਨੰਬਰ ਹੋ ਗਿਆ, ਵੈਰੀ ਸੌਰੀ, 88 474 77 007। ਇਸ ਨੰਬਰ 'ਤੇ ਤੁਸੀਂ ਕਾਲ ਕਰ ਲਓ। ਕਿਵੇਂ ਤੁਹਾਨੂੰ ਜਿਹੜੇ ਨੋਟਸ ਅਸੀਂ ਪ੍ਰੋਵਾਈਡ ਕਰਵਾ ਸਕਦੇ ਹਾਂ, ਕਿਵੇਂ ਤੁਸੀਂ ਪਰਚੇਜ ਕਰਨੇ ਨੇ, ਇਹ ਸਾਰੀ ਗੱਲਬਾਤ ਤੁਹਾਨੂੰ ਸਮਝਾ ਦਿੱਤੀ ਜਾਊ। ਮੈਸੇਜ ਵੀ ਕਰ ਸਕਦੇ ਹੋ, ਸੌਖੇ ਰੂਪ ਦੇ ਵਿੱਚ ਤੁਹਾਡੇ ਕੋਲੇ ਨੋਟਸ ਪਹੁੰਚ ਜਾਣਗੇ। ਸੋ ਤੁਸੀਂ ਸਾਡੇ ਨੋਟਸਾਂ ਦਾ ਜ਼ਰੂਰ ਬੈਨੀਫਿਟ ਲਓ, ਤੁਹਾਨੂੰ ਬਹੁਤ ਸਾਰਾ ਫਾਇਦਾ ਹੁੰਦਾ ਹੈ। ਬਹੁਤ ਸਾਰੇ ਸਟੂਡੈਂਟਸ ਦੇ ਫੋਨ ਮੈਸੇਜ ਆਉਂਦੇ ਨੇ ਨੋਟਸ ਪੜ੍ਹਨ ਤੋਂ ਬਾਅਦ ਵੀ, ਉਹਨਾਂ ਨੂੰ ਬਹੁਤ ਕੰਫਰਟੇਬਲ ਲੱਗਦੇ ਨੇ। ਸੋ ਆਪਾਂ ਆਪਣੇ ਪ੍ਰਸ਼ਨਾਂ 'ਤੇ ਆਉਣੇ ਆ। ਸੋ ਇੰਡੀਅਨ ਪੈਨਲ ਕੋਡ 1862 ਦੇ ਵਿੱਚ 119 ਨੰਬਰ ਜੀ। ਪਹਿਲੀ ਵਾਰ ਭਾਰਤੀ ਇਨਕਮ ਟੈਕਸ ਦੀ ਸ਼ੁਰੂਆਤ ਕਦੋਂ ਹੋਈ? 1860 ਦੇ ਵਿੱਚ ਜੀ। ਪਹਿਲੀ ਵਾਰ ਭਾਰਤ ਵਿੱਚ ਖੇਤੀਬਾੜੀ ਵਿਭਾਗ ਕਿਸ ਨੇ ਬਣਾਇਆ? ਲਾਰਡ ਮਾਓ ਨੇ। ਲਾਰਡ ਮਾਓ ਨੇ ਖੇਤੀਬਾੜੀ ਵਿਭਾਗ ਬਣਾਇਆ ਸੀ ਜੀ ਪਹਿਲੀ ਵਾਰ। 121 ਨੰਬਰ ਪ੍ਰਸ਼ਨ ਦੋਸਤੋ, ਭਾਰਤ ਵਿੱਚ ਪਹਿਲੀ ਜਨਗਣਨਾ ਕਦੋਂ ਹੋਈ? 1872 ਦੇ ਵਿੱਚ ਪਹਿਲੀ ਜਨਗਣਨਾ ਸ਼ੁਰੂ ਕੀਤੀ ਲਾਰਡ ਮਾਓ ਨੇ ਸ਼ੁਰੂ ਕੀਤੀ ਸੀ ਇਹ। ਇੰਡੀਅਨ ਆਰਮ ਐਕਟ ਕਦੋਂ ਅਤੇ ਕਿਸ ਨੇ ਪਾਸ ਕੀਤਾ? 1876 ਦੇ ਵਿੱਚ ਪਾਸ ਕੀਤਾ ਜੀ ਇਹ, ਲਾਰਡ ਲਿਟਨ ਨੇ ਪਾਸ ਕੀਤਾ। ਮਜ਼ਦੂਰਾਂ ਦੀ ਹਾਲਤ ਸੁਧਾਰਨ ਸੰਬੰਧੀ ਪਹਿਲਾ ਫੈਕਟਰੀ ਐਕਟ ਕਦੋਂ ਅਤੇ ਕਿਸ ਨੇ ਪਾਸ ਕੀਤਾ? 1881 ਦੇ ਵਿੱਚ ਲਾਰਡ ਰਿਪਨ ਨੇ ਪਾਸ ਕੀਤਾ। ਲਾਰਡ ਮਾਓ, ਲਾਰਡ ਲਿਟਨ, ਲਾਰਡ ਰਿਪਨ, ਇਹ 3 ਬੰਦੇ ਵੈਰੀ ਇੰਪੋਰਟੈਂਟ ਸੀ। ਲਾਰਡ ਰਿਪਨ ਦੇ ਸਮੇਂ ਨੂੰ ਮਤਲਬ ਸੁਨਹਿਰੀ ਯੁੱਗ ਵੀ ਕਿਹਾ ਜਾਂਦਾ। ਹੰਟਰ ਕਮਿਸ਼ਨ ਕਦੋਂ ਹੋਂਦ ਵਿੱਚ ਆਇਆ ਜੀ? 1882 ਦੇ ਵਿੱਚ ਹੰਟਰ ਕਮਿਸ਼ਨ ਹੋਂਦ ਵਿੱਚ ਆਇਆ ਸੀ। 125 ਨੰਬਰ ਪ੍ਰਸ਼ਨ ਪੜ੍ਹਦੇ ਹਾਂ ਦੋਸਤੋ। ਪੁਲਿਸ ਕਮਿਸ਼ਨ ਕਦੋਂ ਹੋਂਦ ਵਿੱਚ ਆਇਆ? 1902 ਦੇ ਵਿੱਚ ਆਇਆ ਜੀ। ਪੁਲਿਸ ਕਮਿਸ਼ਨ ਹੋਂਦ ਵਿੱਚ ਆਇਆ ਲਾਰਡ ਕਰਜ਼ਨ ਦੇ ਸਮੇਂ 'ਚ। ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ? 1906 ਦੇ ਵਿੱਚ ਮੁਸਲਿਮ ਲੀਗ ਬਣੀ ਢਾਕਾ ਦੇ ਵਿੱਚ, ਆਗਾ ਖਾਂ ਦੀ ਪ੍ਰਧਾਨਗੀ ਦੇ ਵਿੱਚ। ਆਗਾ ਖਾਂ ਪ੍ਰਧਾਨ ਬਣਿਆ ਸੀ ਇਹਦਾ। ਬੰਗਾਲ ਦੀ ਵੰਡ ਨੂੰ ਖਾਰਜ ਕਿਸ ਨੇ ਅਤੇ ਕਦੋਂ ਕੀਤਾ? ਲਾਰਡ ਹਾਰਡਿੰਗ ਨੇ ਖਤਮ ਕੀਤਾ ਜੀ 1911 ਦੇ ਵਿੱਚ। ਬੰਗਾਲ ਵੰਡ ਹੋਈ ਸੀ 1905 ਦੇ ਵਿੱਚ, ਲਾਰਡ ਕਰਜ਼ਨ ਨੇ ਕੀਤੀ ਸੀ। ਫਿਰ ਇਹਦੀ ਵੰਡ ਸੀ ਜਿਹੜੀ, ਇਹ ਵੰਡ ਨੂੰ ਖਤਮ ਕਰ ਦਿੱਤਾ ਗਿਆ ਲਾਰਡ ਹਾਰਡਿੰਗ ਨੇ 1911 ਦੇ ਵਿੱਚ, 6 ਸਾਲਾਂ ਬਾਅਦ। 128 ਨੰਬਰ, 3 ਪ੍ਰਸ਼ਨ ਰਹਿੰਦੇ ਆਪਣੇ। ਅੰਗਰੇਜ਼ਾਂ ਨੇ ਕਲਕੱਤੇ ਦੀ ਥਾਂ ਦਿੱਲੀ ਨੂੰ ਰਾਜਧਾਨੀ ਕਦੋਂ ਬਣਾਇਆ? 1911 ਦੇ ਵਿੱਚ। ਵੈਰੀ ਇੰਪੋਰਟੈਂਟ ਹੈ ਜੀ। ਅੰਗਰੇਜ਼ਾਂ ਨੇ ਪਹਿਲਾਂ ਜਿਹੜੀ ਰਾਜਧਾਨੀ ਹੁੰਦੀ ਸੀ ਕਲਕੱਤੇ ਹੁੰਦੀ ਸੀ,
ਫਿਰ ਦਿੱਲੀ ਨੂੰ ਬਣਾਇਆ 1911 ਦੇ ਵਿੱਚ। ਸੋ ਹੁਣ ਜਿਹੜੀ ਰਾਜਧਾਨੀ ਚੱਲਦੀ ਆ ਰਹੀ ਹੈ ਭਾਰਤ ਦੀ 1911 ਤੋਂ ਸ਼ੁਰੂ ਹੋਈ ਹੈ। 129 ਨੰਬਰ, ਲਖਨਊ ਸਮਝੌਤਾ ਕਦੋਂ ਅਤੇ ਕਿੰਨਾ ਦੋ ਭਾਰਤੀ ਰਾਜਨੀਤਿਕ ਪਾਰਟੀਆਂ ਵਿਚਕਾਰ ਹੋਇਆ? ਕਾਂਗਰਸ ਤੇ ਮੁਸਲਿਮ ਲੀਗ ਦੇ ਵਿੱਚ ਲਖਨਊ ਸਮਝੌਤਾ ਹੋਇਆ ਸੀ ਜੀ। 130 ਨੰਬਰ ਪ੍ਰਸ਼ਨ ਜੀ, ਅੰਗਰੇਜ਼ਾਂ ਦੁਆਰਾ ਭਾਰਤ ਵਿੱਚ ਪਹਿਲੇ ਜਨਰਲ ਇਲੈਕਸ਼ਨ ਕਦੋਂ ਕਰਵਾਏ ਗਏ? 1936-37 ਦੇ ਵਿੱਚ ਕਰਵਾਏ ਗਏ ਜੀ। ਅੰਗਰੇਜ਼ਾਂ ਦੁਆਰਾ ਭਾਰਤ ਵਿੱਚ ਪਹਿਲੇ ਜਨਰਲ ਇਲੈਕਸ਼ਨ ਕਰਵਾਏ ਗਏ ਸੀਗੇ, ਚੋਣਾਂ ਕਰਵਾਈਆਂ ਗਈਆਂ ਸੀ 1936-37 ਦੇ ਵਿੱਚ। ਸੋ ਦੋਸਤੋ ਆਪਾਂ ਬੜੀ ਕੋਸ਼ਿਸ਼ ਦੇ ਨਾਲ, ਸਿੱਦਤ ਦੇ ਨਾਲ ਇਹ 130 ਮਾਡਰਨ ਹਿਸਟਰੀ ਦੇ ਨਾਲ ਸੰਬੰਧਿਤ ਪ੍ਰਸ਼ਨ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਲੰਬਾ ਲੈਕਚਰ ਸੀਗਾ, ਬਹੁਤ ਸਾਰੀਆਂ ਘਾਟਾਂ ਰਹਿ ਗਈਆਂ ਹੋਣਗੀਆਂ, ਬਹੁਤ ਸਾਰੀਆਂ ਜ਼ਿਆਦਾ ਘਾਟਾਂ ਰਹਿ ਗਈਆਂ ਹੋਣਗੀਆਂ, ਪਰ ਆਪਾਂ ਲੰਬੇ ਸਮੇਂ ਤੋਂ ਜੀਕੇ ਨਾਲ ਤੁਹਾਨੂੰ ਜੋੜਦੇ ਆ ਰਹੇ ਹਾਂ। ਤੁਸੀਂ ਆਪਣੇ ਆਪ ਵੀ ਉਸ ਘਾਟਾਂ ਨੂੰ ਹੈਂਡਲ ਕਰ ਲੈਣਾ। ਤੁਹਾਡੀ ਇਹ ਇੱਕ ਤਰ੍ਹਾਂ ਦੀ ਰਿਵੀਜ਼ਨ ਸੀ, ਕਿਉਂਕਿ ਇਹ ਸਾਰੇ ਪ੍ਰਸ਼ਨ ਆਪਾਂ ਇੱਕ ਤਰ੍ਹਾਂ ਪਹਿਲਾਂ ਵਾਲੇ ਲੈਕਚਰਾਂ 'ਚ ਵੀ ਕਰਵਾ ਚੁੱਕੇ ਹਾਂ। ਆਪਣੇ ਚੈਨਲ ਦੇ ਗੁਰੂ ਸਟੱਡੀ ਪੁਆਇੰਟ ਚੈਨਲ ਦੇ ਬਹੁਤ ਸਾਰੇ ਲੈਕਚਰ ਨੇ ਇਹੋ ਜਿਹੇ ਨੇ ਜੀਕੇ ਨਾਲ ਸੰਬੰਧਿਤ, ਜਿਹੜੇ ਇਹ ਪ੍ਰਸ਼ਨ ਜਿਨ੍ਹਾਂ 'ਚ ਕਰਵਾਏ ਹੋਏ ਨੇ। ਸੋ ਤੁਸੀਂ ਉੱਥੋਂ ਥੋੜ੍ਹੇ ਮਿੰਟਾਂ ਦੀ ਵੀਡੀਓ ਵੀ ਦੇਖ ਕੇ ਕਵਰ ਕਰ ਸਕਦੇ ਹੋ। 130 ਪ੍ਰਸ਼ਨਾਂ ਦੀ ਇਹ ਲੰਬੀ ਵੀਡੀਓ ਹੋਈ ਤੁਹਾਡੇ ਲਈ ਇੰਪੋਰਟੈਂਟ ਹੈ। ਸੋ ਲਾਸਟ ਦੇ ਵਿੱਚ ਮੇਰੀ ਬੇਨਤੀ ਇਹ ਆ ਵੀ ਤੁਸੀਂ ਇਸ ਵੀਡੀਓ ਨੂੰ, ਇਸ ਲੈਕਚਰ ਨੂੰ ਆਪਣੀ ਫੇਸਬੁੱਕ 'ਤੇ ਸ਼ੇਅਰ ਜ਼ਰੂਰ ਕਰਿਓ, ਤਾਂ ਜੋ ਹੋਰ ਨੂੰ ਵੀ ਫਾਇਦਾ ਹੋ ਸਕੇ। ਵੱਧ ਤੋਂ ਵੱਧ ਸਾਥੀਆਂ ਤੋਂ ਆਪਣਾ ਚੈਨਲ ਆ ਜਿਹੜਾ ਸਬਸਕ੍ਰਾਈਬ। ਸੋ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ, ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।